भाई गुरदास साहब जी 10वीं वार विच पुराने युगों के ਜਿਹੜੇ ਜੀਵਨ ਹਨ ਜਿਵੇਂ ਭਗਤੀ ਕਰਕੇ ਉਹਨਾਂ ਦਾ ਉਧਾਰ ਹੋਇਆ ਹੈ ਜਾਂ ਪਾਪੀਆਂ ਦਾ ਜਿਵੇਂ ਉਧਾਰ ਕੀਤਾ ਹੈ ਉਹ ਪ੍ਰਸੰਗ ਪਿੱਛੇ 17 ਪੌੜੀਆਂ 'ਚ ਉਚਾਰਨ ਕੀਤੇ ਹਨ। ਹੁਣ 18ਵੀਂ ਪੌੜੀ 'ਚ ਗੌਤਮ ਦਾ ਪ੍ਰਸੰਗ ਕਥਨ ਕਰਦੇ ਹੋਏ ਉਚਾਰਦੇ ਹਨ। ਗੌਤਮ ਤਪਾ ਹੱਲਿਆ ਇਸਤਰੀ ਦਿਸ ਦੇਖ ਇੰਦਰ ਲੁਭਾਇਆ ਮਾਰਨ ਜਿਸ ਪ੍ਰਕਾਰ ਪ੍ਰਭਾਤੀ ਵਿੱਚ ਉਚਾਰਿਆ ਹੈ। ਵਾਹਿਗੁਰੂ ਸਾਹਿਬ ਜੀਓ। ਗੌਤਮ ਨਾਰ ਅਹਿਲਿਆ। ਗੌਤਮ ਜੋ ਰਿਸ਼ੀ ਸੀ ਤਪਾ ਸੀ ਇਹਦੇ ਇਸਤਰੀ ਜਿਹੜੀ ਅਹਲਿਆ ਸੀ ਇਹ ਬਾਲਕ ਅਵਸਥਾ ਉਰਵਸੀ ਦੀ ਲੜਕੀ ਸੀ। ਉਰਵਸੀ ਜਿਹੜੀ ਸੀ ਜਦੋਂ ਬੱਚਾ ਇਹ ਪੈਦਾ ਹੋਈ ਉਸ ਵੇਲੇ ਛੱਡ ਕੇ ਚਲੀ ਗਈ। ਰਿਸ਼ੀਆਂ ਨੇ ਇਸ ਦੇ ਤਾਂ ਹੀ ਕਹਿ ਕੇ ਗੌਤਮ ਦੇ ਪਾਸੋਂ ਪਾਲਣਾ ਕਰਵਾਈ। ਜਿਸ ਵਕਤ ਇਹ ਨੌਜਵਾਨ ਹੋ ਗਈ ਰਿਸ਼ੀਆਂ ਦੀ ਸਭਾ ਲੱਗੀ ਹੋਈ ਸੀ ਉਸ ਵਕਤ ਇੰਦਰ ਦੀ ਇੱਛਾ ਸੀ ਕਿ ਮੈਂ ਅਹਲਿਆ ਦੇ ਨਾਲ ਸ਼ਾਦੀ ਕਰਾ ਲਵਾਂ। ਅਹਲਿਆ ਦੀ ਇਸਤਰੀ ਸੀ ਕਿ ਮੈਂ ਇੰਦਰ ਨੂੰ ਵਰ ਲਵਾਂ ਪਰ ਰਿਸ਼ੀਆਂ ਦੀ ਸੰਮਤੀ ਦੇ ਨਾਲ ਕਿ ਤੈਂ ਇਹਦੀ ਪਾਲਣਾ ਕੀਤੀ ਹੈ ਤੈਨੂੰ ਇਹ ਦਿੰਦੇ ਹਾਂ। ਗੌਤਮ ਦੇ ਤਾਂ ਹੀ ਅਹਲਿਆ ਵਿਆਹ ਦਿੱਤੀ ਸੀ। ਇੱਛਾ ਇਹਨਾਂ ਦੀ ਅਹਲਿਆ ਦੀ ਵੀ ਇੰਦਰ ਦੇ ਘਰ ਵਸਣ ਦੀ ਸੀ। ਇੰਦਰ ਦੀ ਵੀ ਇਹਨੂੰ ਵਰਨ ਦੀ ਸੀ। ਰੂਪ ਵਾਲੀ ਸੋਹਣੀ ਸੀ ਉਰਵਸ ਦੀ ਇਹ ਲੜਕੀ ਸੀ। ਇਸ ਪ੍ਰਕਾਰ ਗੌਤਮ ਨਾਰ ਅਹਿਲਿਆ। ਗੋਦਾਵਰੀ ਦੇ ਕਿਨਾਰੇ ਤੇ ਜਿੱਥੇ ਗੌਤਮ ਜੀ ਦੀ ਮਟੀ ਸਮਾਧੀ ਬਣੀ ਹੋਈ ਹੈ ਇੱਥੇ ਗੌਤਮ ਤਪਾ ਰਹਿੰਦਾ ਸੀ। ਅਹਿਲਿਆ ਇਹਦੇ ਘਰ ਵਾਲੀ ਇਸਤਰੀ ਸੀ। ਤਿਸਨੂੰ ਦੇਖ ਇੰਦਰ ਲੋਭਾਣ। ਇੰਦਰ ਦੇਖ ਕਰਕੇ ਇਸ ਦੇ ਸਰੂਪ ਨੂੰ ਲੁਭਾਇਮਾਨ ਹੋ ਗਿਆ। ਪਰ ਘਰ ਜਾਏ ਸਰਾਪ ਲਾਏ। ਪਰਾਏ ਘਰ ਵਿੱਚ ਜਾਣ ਵਾਸਤੇ ਪਹਿਲਾਂ ਸੂਰਜ ਨੂੰ ਪੁੱਛਿਆ ਕਿ ਕੌਣ ਦੁਨੀਆ 'ਚ ਸੁੰਦਰ ਹੈ। ਸੂਰਜ ਨੇ ਕਿਹਾ ਹੈ ਇੰਦਰ ਮੇਰੇ ਸਰੂਪ ਮੇਰੀ ਤੇਜੀ ਨੂੰ ਵੇਖ ਕੇ ਸਾਰੇ ਲੋਕ ਪਰਦਾ ਕਰਕੇ ਰੱਖਦੇ। ਚੰਦਰਮਾ ਨੂੰ ਪੁੱਛ। ਚੰਦਰਮਾ ਦੇ ਪੁੱਛਣ ਤੋਂ ਚੰਦਰਮਾ ਨੇ ਦੱਸਿਆ ਕਿ ਅੱਜ ਗੌਤਮ ਦੇ ਘਰ ਜਿਹੜੀ ਹੱਲਿਆ ਹੈ ਉਹਦੇ ਵਰਗੀ ਰੂਪ ਵਾਲੀ ਹੋਰ ਕੋਈ ਨਹੀਂ। ਸੁਣ ਕੇ ਚੰਦਰਮਾ ਨੂੰ ਕੁੱਕੜ ਬਣਾ ਕੇ ਬਾਂਗ ਜਾ ਕੇ ਦਿੱਤੀ। ਉਹ ਕੁੱਕੜ ਦੀ ਬਾਂਗ ਦੇ ਨਾਲ ਗੌਤਮ ਰਿਸ਼ੀ ਗੋਦਾਵਰੀ 'ਚ ਇਸ਼ਨਾਨ ਕਰਨ ਵਾਸਤੇ ਆਇਆ ਕਰਦਾ। ਉਸ ਵਕਤ ਜਦੋਂ ਕੁੱਕੜ ਬਣ ਕੇ ਬਾਂਗ ਦਿੱਤੀ ਗੌਤਮ ਇਸ਼ਨਾਨ ਕਰਨ ਵਾਸਤੇ ਆਇਆ ਉਸ ਵੇਲੇ ਗੋਦਾਵਰੀ 'ਚੋਂ ਆਵਾਜ਼ ਆਈ ਕਿ ਰਿਸ਼ੀ ਤੇਰੇ ਘਰ 'ਚ ਚੋਰ ਲੱਗੇ ਹੋਏ ਆ। ਉਸ ਵੇਲੇ ਗੌਤਮ ਰਿਸ਼ੀ ਜਦੋਂ ਆਇਆ ਅਹਲਿਆ ਜਿਸ ਮਕਾਨ ਦੇ ਵਿੱਚ ਸੀ ਉੱਥੇ ਇੰਦਰ ਦੁਰਾਚਾਰ ਕਰਨ ਵਾਸਤੇ ਗਿਆ ਹੋਇਆ ਸੀ ਤੇ ਅਹਲਿਆ ਨੇ ਆਪਣੀ ਲੜਕੀ ਨੂੰ ਪਹਿਰੇ ਤੇ ਬਿਠਾਤਾ ਸੀ ਜਿਸ ਦਾ ਨਾਮ ਅੰਜਨੀ ਸੀ। ਉਸ ਅੰਜਨੀ ਨੂੰ ਪੁੱਛਿਆ ਕਿ ਇੱਥੇ ਕੋਈ ਚੋਰ ਆਇਆ ਹੈ। ਗੌਤਮ ਰਿਸ਼ੀ ਨੇ ਪੁੱਛਿਆ ਇਹਨ ਕਿਹਾ ਮਾਜਾਰ ਹੈ। ਮਾਜਾਰ ਨਾਮ ਬਿੱਲੇ ਦਾ ਹੈ। ਬਿੱਲਾ ਬਣ ਕੇ ਇੰਦਰ ਨਿਕਲਿਆ। ਉਸ ਵਕਤ ਇਸਨੇ ਸ਼ਰਾਪ ਦਿੱਤਾ ਕਿ ਜਾ ਰਿਸ਼ੀਆਂ ਦਾ ਘਰ ਵੀ ਛੱਡਿਆ ਨਹੀਂ ਤੈਂ ਤੇਰੇ ਸਚੀ ਵਰਗੀਆਂ ਪਟਰਾਣੀਆਂ ਤੇ ਉਰਵਸੀ ਰੰਭਾ ਆਦਿ ਕੋ ਪਛੜਾ 60 ਕੱਢਦੀ ਕਰਤਾਚੀ ਆਦਿ ਚੜ੍ਹਦੇ ਰੂਪ ਵਾਲੀਆਂ ਫਿਰ ਵੀ ਤੂੰ ਰਿਸ਼ੀਆਂ ਦੇ ਝੌਂਪੜੇ ਦਾ ਅਦਬ ਨਹੀਂ ਰੱਖਿਆ। ਇਸ ਕਰਕੇ ਗੌਤਮ ਰਿਸ਼ੀ ਨੇ ਉਸ ਵੇਲੇ ਸ਼ਰਾਪ ਦੇ ਦਿੱਤਾ ਜਾਂ ਤੇਰੇ ਸਰੀਰ ਤੇ ਹਜ਼ਾਰਾਂ ਇਸੇ ਪ੍ਰਕਾਰ ਦੇ ਜ਼ਖਮ ਹੋ ਜਾਣ ਬਿਆਈਆਂ ਹੋ ਜਾਣ। ਹੋਏ ਸਹਿਸ ਭਗ ਪਛੋਤਾਣ। ਕਿਉਂ ਪਰਾਏ ਘਰ 'ਚ ਜਾਣ ਦਾ ਇਹ ਫਲ ਮਿਲਿਆ ਇੰਦਰ ਨੂੰ। ਪਰਾਏ ਘਰ ਜਾ ਕੇ ਸ਼ਰਾਪ ਲੈ ਕੇ ਗੌਤਮ ਰਿਸ਼ੀ ਤੋਂ ਪਛਤਾਤਾਪ ਕਰਿਆ। ਅੰਜਨੀ ਨੂੰ ਸ਼ਰਾਪ ਦਿੱਤਾ ਕਿ ਤੂੰ ਕੁਆਰੀ ਜਾਣੇਗੀ। ਹੁਣ ਹਨੂਮਾਨ ਦੇ ਤਾਈਂ ਜਿੱਥੇ ਤਪੱਸਿਆ ਕਰਦੀ 7 ਮੀਲ ਤੇ ਸ਼ਿਕਾਰ ਘਾਟ ਵਾਲਾ ਥਾਂ ਹੈ ਉਸ ਥਾਂ ਵਿੱਚ ਸ਼ਿਵ ਜੀ ਜਦੋਂ ਮੋਹਣੀ ਉਤਾਰ ਵੇਲੇ ਸਰੀਰ ਇਹਦਾ ਨਿਸਤਰ ਹੋ ਗਿਆ ਸੀ। ਪੱਤਿਆਂ ਦੇ ਉੱਤੇ ਇਹ ਸ਼ਿਵ ਜੀ ਦੇ ਉਸ ਵੇਲੇ ਅੰਸ਼ ਪਈ ਸੀ। ਉਹਨੂੰ ਪੱਤਿਆਂ 'ਚ ਲਵੇਟ ਕੇ ਚਲਿਆ ਗਿਆ। ਨਾਰਦ ਮੁਨੀ ਕਹਿੰਦੇ ਹੈ ਅੰਜਨੀ ਤਾਂ ਗੁਰਮੰਤਰ ਨਹੀਂ ਲਿਆ ਮੈਂ ਤੈਨੂੰ ਗੁਰਮੰਤਰ ਦੇਵਾਂ। ਕੰਨ 'ਚ ਮੰਤਰ ਦੇਣ ਦੇ ਬਹਾਨੇ ਉਹ ਸ਼ਿਵ ਜੀ ਦੀ ਅੰਸ਼ ਦੇ ਤਾਂ ਹੀ ਇਹਦੇ ਅੰਦਰ ਪ੍ਰਵੇਸ਼ ਕਰਤਾ ਸੀ। ਉਹ ਫੂਕ ਦੇ ਨਾਲ ਪ੍ਰਵੇਸ਼ ਹੋਣੇ ਕਰਕੇ ਪਾਉਣ ਦਾ ਪੁੱਤ ਹਨੂਮਾਨ ਸਦਾਇਆ। ਹਨੂਮਾਨ ਅੰਜਨੀ ਕੁਆਰੀ ਨਹੀਂ ਜਣਿਆ ਸੀ। ਉਹ ਹਨੂਮਾਨ ਦੇ ਜਨਮ ਵਾਲਾ ਥਾਂ ਸ਼ਿਕਾਰ ਘਾਟ ਦੇ ਨੀਚੇ ਜੋ ਜਗ੍ਹਾ ਬਣੀ ਹੋਈ ਹੈ। ਇਸ ਪ੍ਰਕਾਰ ਹੋਏ ਸਹਿਸ ਭਗ ਪਛੋਤਾਣ। ਹਜ਼ਾਰਾਂ ਸਰੀਰ ਦੇ ਤੇ ਬਿਆਈਆਂ ਹੋ ਗਈਆਂ। ਬੜਾ ਪਛਤਾਤਾਪ ਕੀਤਾ ਇੰਦਰ ਨੇ। ਸਾਰੇ ਕੋਟ
ਛਾ ਗਿਆ। ਸੁਈਆਂ ਹੋਇਆ ਇੰਦਰ ਲੋਕ ਬਹੁਤ ਸੁਈਆਂ ਹੋ ਗਿਆ, ਖਾਲੀ ਹੋ ਗਿਆ ਉਸ ਵਕਤ। ਲੁਕਿਆ ਸਰਵਰ ਮਨ ਸ਼ਰਮਾਣਾ। ਮਾਨ ਸਰੋਵਰ ਦੇ ਕਵਲਾਂ ਵਿੱਚ ਜਾ ਕੇ ਲੁਕਿਆ, ਨਾਲੀਆਂ 'ਚ ਮਨ 'ਚ ਬੜਾ ਸ਼ਰਮਿੰਦਾ ਹੋਇਆ। ਫਿਰ ਸ਼ਿਵ ਜੀ ਨੇ ਜਾ ਕੇ ਉੱਥੇ ਡਮਰੂ ਵਜਾਇਆ। ਕਹਿੰਦੇ ਮੈਨੂੰ ਇੰਦਰ ਹਾਸੀ ਕਰਦਾ ਸੀ, ਇੱਕ ਦਿਨ ਮੈਂ ਭਿਆਨਕ ਰੂਪ ਧਾਰੀ ਬੈਠਾ ਸੀ ਤੇ ਉਸ ਵੇਲੇ ਤਾਂ ਮੈਨੂੰ ਮੇਰੇ ਤੇ ਮਸ਼ਕਰੀ ਕੀਤੀ ਸੀ, ਹੁਣ ਤੇਰੀ ਕੀ ਹਾਲਤ ਹੈ। ਉਸ ਵੇਲੇ ਸ਼ਿਵ ਜੀ ਨੇ ਇਉਂ ਡਮਰੂ ਵਜਾ ਕੇ ਹਾਸੀ ਕੀਤੀ। ਫਿਰ ਬ੍ਰਿਹਸਪਤ ਨੂੰ ਦੇਵਤਿਆਂ ਦੇ ਸਮੇਤ ਜਾ ਕੇ ਭਾਲਿਆ। ਭਾਲ ਕੇ ਰਾਮ ਦਾ ਨਾਮ ਜਦੋਂ ਉਚਾਰਿਆ, ਉਹਦੀਆਂ 1000 ਭਗਾਂ ਤੋਂ 1000 ਨੇਤਰ ਹੋ ਗਏ ਉਸ ਵਕਤ, ਇਹ ਨਾਮ ਦੇ ਪ੍ਰਤਾਪ ਕਰਕੇ। ਸਹਸ ਭਗਾਂ ਲੋਇਣ ਸਹਸ। 1000 ਭਗਾਂ ਤੋਂ ਨੇਤਰ ਹੋ ਗਏ, 1000 ਇੰਦਰ ਦੇ। ਪਰ ਫਿਰ ਵੀ ਨਾਚ ਹੀ ਪਛੜਾਂ ਦੇ ਵੇਖਣ 'ਚ ਲੱਗਾ ਰਿਹਾ, ਮਨ ਨਹੀਂ ਮੁੜਿਆ ਵਿਕਾਰਾਂ ਵੱਲੋਂ। ਲੈਂਦੋਈ ਇੰਦਰਪੁਰੀ ਸਿਧਾਨ। ਉਹ 1000 ਨੇਤਰ ਲੈਂਦਾ ਇੰਦਰਪੁਰੀ ਵਿੱਚ ਹੀ ਆ ਗਿਆ। ਸਤੀ ਸਤਹੁ ਟਲ ਸਿਲਾਹੂ। ਇਹ ਹਲਿਆ ਸੀ, ਇਸ ਨੂੰ ਪੁੱਛਿਆ। ਇਹਦੇ ਪੁੱਛਣ ਤੋਂ ਇਹਨੇ ਜਦੋਂ ਜਵਾਬ ਦਿੱਤਾ ਕਿ ਮੇਰਾ ਤਾਂ ਕੋਈ ਕਸੂਰ ਨਹੀਂ, ਗੌਤਮ ਕਹਿੰਦਾ ਕਸੂਰ ਤੇਰਾ ਹੈ, ਤੇਰੀ ਇੱਛਾ ਸੀ ਇਹਦੇ ਨਾਲ ਇੰਦਰ ਨਾਲ ਮਿਲਣ ਦੀ, ਇਸ ਕਰਕੇ ਸਤੀ ਸੱਤ ਤੋਂ ਟਲ ਗਈ। ਇਹ ਉਸ ਵੇਲੇ ਸਿਲਾ ਪੱਥਰ ਦੀ ਬਣਾਤੀ ਸ਼ਰਾਫ ਦੇ ਕੇ ਗੌਤਮ ਰਿਸ਼ੀ ਨੇ, ਟਲ ਕੇ ਉੱਥੇ ਹੀ ਗੋਦਾਵਰੀ ਦੇ ਕਿਨਾਰੇ ਤੇ ਪਈ ਰਹੀ। ਨਦੀ ਕਿਨਾਰੇ ਬਾਜ ਪ੍ਰਾਣਾ। ਬਿਨਾਂ ਪ੍ਰਾਣਾ ਤੋਂ ਹੋ ਕੇ ਪੱਥਰ ਬਣ ਕੇ ਉੱਥੇ ਪੱਥਰ ਦੀ ਸਿਲਾ ਹੋ ਕੇ ਪਈ ਰਹੀ ਗੋਦਾਵਰੀ ਦੇ ਕਿਨਾਰੇ ਤੇ। ਰਗਪਤ ਚਰਨ ਛੁਹੰਦਿਆਂ। ਜਦੋਂ ਰਾਮਚੰਦਰ ਜੀ ਗੋਦਾਵਰੀ ਪਾਰ ਲੰਘਣ ਲੱਗੇ ਹਨ, ਉਸ ਵੇਲੇ ਰਾਮਚੰਦਰ ਜੀ ਨੇ ਉਹ ਰਿਸ਼ੀ ਦਾ ਸ਼ਰਾਪ ਸੀ ਕਿ ਰਾਮਚੰਦਰ ਤ੍ਰੇਤੇ 'ਚ ਪੈਦਾ ਹੋਣਗੇ। ਤ੍ਰੇਤਾ ਯੁੱਗ ਬਦਲ ਕੇ ਪਹਿਲਾਂ ਕਰਤਾ, ਦੁਆਪਰ ਪਹਿਲਾਂ ਲੱਗਣਾ ਸੀ। ਇਸ ਪ੍ਰਕਾਰ ਯੁੱਗ ਵੀ ਬਦਲਤਾ। ਰਾਮਚੰਦਰ ਜੀ ਨੇ ਜਦੋਂ ਇੱਥੇ ਆ ਕੇ ਚਰਨ ਉਸ ਸਿਲਾ ਨੂੰ ਲਾਏ ਤੇ ਉਹ ਸਿਲਾ ਜਿਹੜੀ ਸੀ, ਸਿਲਾ ਦੀ ਜੂਨ ਤੋਂ ਛੁੱਟ ਕੇ ਪੱਥਰ ਦੀ ਤੋਂ ਫਿਰ ਇਹ ਉਸੇ ਤਰ੍ਹਾਂ ਹਲਿਆ ਦੇ ਰੂਪ ਵਿੱਚ ਹੋ ਕੇ ਚੱਲੀ ਸੁਰਗਪੁਰ ਬਣੇ ਬਿਬਾਨ। ਸਵਰਗਪੁਰੀ 'ਚ ਚਲਿਆ ਗਿਆ ਸੀ ਗੌਤਮ ਰਿਸ਼ੀ। ਭਗਵਾਨ ਬਣੇ ਹੋਏ ਆ, ਉਹਦੇ ਤੇ ਸਵਾਰ ਹੋ ਕੇ ਸਵਰਗ ਵਿੱਚ ਆਪਣੇ ਪਤੀ ਨੂੰ ਜਾ ਮਿਲੀ। ਭਗਤ ਵਚਲ ਭਲੇ ਆਈ। ਦੇਖ ਲਓ ਭਾਈ, ਭਲਾ ਜਿਹੜਾ ਕੰਮ ਕਰੇ ਉਹਦੇ ਵਾਸਤੇ ਤਾਂ ਭਗਤਾਂ ਦਾ ਪਿਆਰਾ ਹੈ ਪਰਮੇਸ਼ਵਰ। ਪਤ ਤੇ ਉਦਾਹਰਣ ਪਾਪ ਕਮਾਣਾ। ਜਿਹੜੇ ਲੋਕ ਪਾਪ ਕਮਾਉਣ ਵਾਲੇ ਉਹਨਾਂ ਨੂੰ ਬਖਸ਼ਣ ਵਾਸਤੇ ਦਾ ਨਾਮ ਪਤ ਤੋਂ ਉਦਾਹਰਨ ਨਾਮ ਹੈ ਪਰਮੇਸ਼ਵਰ ਦਾ। ਗੁਣ ਨੋ ਗੁਣ ਸਭ ਕੋ ਕਰੈ। ਕਿਸੇ ਗੁਣ ਵਾਲੇ ਨੂੰ ਵੇਖ ਕੇ ਉਪਕਾਰ ਨੂੰ ਉਪਕਾਰ ਤਾਂ ਸਭ ਕੋਈ ਕਰਦਾ ਹੈ। ਔਗੁਣ ਕੀਤੇ ਗੁਣ ਤਿਸ ਜਾਣਾ। ਜਿਹੜਾ ਔਗੁਣਾਂ ਦੇ ਕਰਨ ਵਾਲਾ ਉਹ ਤੇ ਗੁਣ ਉਪਕਾਰ ਕਰਨਾ, ਇਹ ਉਪਕਾਰ ਹੈ, ਇਹ ਜਾਣਿਆ ਜਾਂਦਾ ਉਸ ਦਾ। ਜਿਹੜਾ ਕੋਈ ਔਗੁਣਾਂ ਵਾਲਿਆਂ ਤੇ ਵੀ ਉਪਕਾਰ ਕਰੇ ਕਿ ਉਹਨਾਂ ਨੂੰ ਗੁਣ ਦੇਵੇ, ਇਹ ਵਡਿਆਈ ਹੈ ਗੁਰੂ ਘਰ ਦੀ। ਪਰ ਬੁਰੇ ਨਾਲ ਬੁਰਿਆਈ ਕਰਦੇ ਮਾਫ ਕਰਨ ਕਈ ਪਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਅਵਗਤ ਗਤ ਕਿਆ ਆਖ ਵਖਾਣ। ਪਰਮੇਸ਼ਰ ਦੀ ਬੇਅੰਤ ਗਤੀ ਹੈ, ਕੀ ਕਥਨ ਕਰੀਏ ਉਸ ਪਰਮੇਸ਼ਰ ਦੀ ਗਤੀ ਨੂੰ। ਅਸਚਰਜ ਹੈ ਉਹ ਪਰਮੇਸ਼ਰ, ਪਾਪੀਆਂ ਦਾ ਵੀ ਉਧਾਰ ਕਰਦਾ ਹੈ ਅਤੇ ਭਗਤਾਂ ਦੇ ਨਾਲ ਵੀ ਪਿਆਰ ਕਰਕੇ ਭਗਤ ਵਛਲ ਕਹਾਉਂਦਾ ਹੈ। ਵਾਟਾ ਮਾਨਸ ਮਾਰਦਾ। ਬਾਲਮੀਕ ਦਾ ਪ੍ਰਸੰਗ ਬਾਲਮੀਕੇ ਹੋਇਆ। ਸਾਧ ਸੰਗ ਜੀ ਮਹਾਰਾਜ ਬਸੰਤ ਦੀ ਅਸ਼ਟਪਦੀ 'ਚ ਲਿਖਿਆ ਹੋਇਆ ਹੈ। ਰਸਤੇ ਦੇ ਵਿੱਚ ਇਹ ਮਨੁੱਖਾਂ ਨੂੰ ਮਾਰਿਆ ਕਰਦਾ। ਬੈਠਾ ਬਾਲਮੀਕ ਬਟਵਾਰਾ। ਬਾਲਮੀਕ ਰਾਹ ਮਾਰ ਸੀ ਬੈਠਾ ਰਸਤੇ ਦੇ ਵਿੱਚ। ਪੂਰਾ ਸਤਿਗੁਰ ਸੇਵਿਆ। ਇਹ ਸਾਧ ਸੰਗਤ ਜੀ, ਇੱਕ ਆਦਮੀ ਨੂੰ ਇਹਨੇ ਮਾਰਿਆ। ਪਹਿਲਾਂ ਮਾਰਦਾ ਸੀ, ਫਿਰ ਤਲਾਸ਼ੀ ਲੈਂਦਾ ਸੀ। ਤਲਾਸ਼ੀ ਲੈਣ ਤੋਂ ਪੈਸੇ ਦੀਆਂ ਕੌਡਾਂ ਇਹਦੇ ਪਾਸੋਂ ਨਿਕਲੀਆਂ। ਬੜਾ ਉਦਾਸ ਹੋ ਕੇ ਘਰ ਜਾ ਕੇ ਪੈ ਗਿਆ। ਮਾਂ ਨੇ ਪੁੱਛਿਆ, ਪੁੱਤਰ ਉਦਾਸ ਕਿਉਂ ਹੋਇਆ ਹੈ? ਇਹ ਕਹਿਣ ਲੱਗਾ, ਸੋ ਉਹ ਨਿਤ ਸੁਣੇ ਹਰਨਾਮ ਪਾਪ ਬਸਤਾਨ ਜਾ ਕਬੀਰ ਸਾਗਤ ਕੀ ਬੁਰੀ ਮਾਂ ਹੁੰਦੀ ਹੈ। ਇਸ ਪ੍ਰਕਾਰ ਉਹ ਕਹਿਣ ਲੱਗਾ, ਮੈਥੋਂ ਆਦਮੀ ਮਰ ਗਿਆ, ਉਹਦੇ ਕੋਲੋਂ ਕੌਡਾਂ ਪੈਸੇ ਦੀਆਂ ਨਿਕਲੀਆਂ, ਮੈਂ ਪਾਪ ਕੀਤਾ, ਮੈਂ ਪਛਤਾਵੇ ਨਾ ਪਿਆ ਹਾਂ। ਕਹਿਣ ਲੱਗੀ, ਲਿਆ ਕਿੱਥੇ ਉਹ ਕੌਡਾਂ ਪੈਸੇ ਦੀਆਂ? ਕੌਡਾਂ ਲਿਜਾ ਕੇ ਨਿੱਕੇ ਨਿੱਕੀਆਂ ਮੱਛੀਆਂ ਦੇ ਪੂੰਗਰੇ ਜੇ ਭੁੰਜੇ ਤੋਂ ਲੈ ਕੇ ਆ ਕਹਿੰਦੀ, ਆ ਵੇਖ ਤੂੰ ਇੱਕ ਆਦਮੀ ਨੂੰ ਰੋਣਾ ਹੈ, ਆ ਕਿੰਨੇ ਪਾਪ ਇਹਨ ਕੀਤੇ ਹੈ। ਸੁਣ ਕੇ ਫੇਰ ਪਾਪ ਨੂੰ ਤਿਆਰ ਹੋ ਗਿਆ ਜੀ ਭਿਆਨੋ। ਉਧਰ ਸੱਤ ਰਿਖੀ ਮਿਲ ਗਏ। ਸੱਤ ਰਿਖੀ ਜਿਸ ਵੇਲੇ ਮਿਲੇ ਉਹਨੂੰ ਕਹਿੰਦਾ, ਲੀੜੇ ਲਾ ਦਿਓ। ਇਹ ਕਹਿੰਦੇ ਵੀ ਲੀੜੇ ਤਾਂ ਅਸੀਂ ਲਾ ਦਿੰਦੇ ਹਾਂ, ਤੂੰ ਕਰੇਗਾ ਕੀ? ਭਗਵੇਂ ਲੀੜੇ ਸਾਡੇ ਕਿਸ ਕੰਮ ਆਉਣਗੇ?
ਕਹਿੰਦਾ ਮੈਂ ਆਪਣੀ ਇਸਤਰੀ ਤੇ ਮਾਈ ਨੂੰ ਦੇ ਦਿਆਂਗੇ, ਉਹ ਪਾ ਲੈਣਗੀਆਂ। ਉਸ ਵੇਲੇ ਰਿਸ਼ੀਆਂ ਨੇ ਕਿਹਾ ਤੂੰ ਦੇਖ ਪਾਪ ਵੱਲੋਂ ਅੱਗੇ ਕੰਬਿਆ ਸੀ, ਤੇਰੀ ਮਾਂ ਨੂੰ ਤਿਆਰ ਕਰਕੇ ਭੇਜਿਆ, ਜਾਂ ਪੁੱਛਿਆ ਤੇਰੇ ਪਾਪ ਦਾ ਭਾਗੀ ਵੀ ਕੋਈ ਹੋਵੇਗਾ ਕਿ ਨਹੀਂ। ਇਉਂ ਪੂਰੇ ਸਤਿਗੁਰੂ ਮਹਾਰਾਜ ਸਾਹਿਬ ਦੇ ਸੇਵਨ ਦਾ ਫਲ ਐਸਾ ਹੋਇਆ। ਮਨ ਵਿੱਚ ਹੋਆ ਖਿੰਜੋ ਤਾੜਾ, ਮਨ ਵਿੱਚ ਖਿੱਚੋ ਤਾਣੀ ਜੀ ਹੋ ਗਈ। ਕੀ ਕਰੀਏ ਹੁਣ, ਰਿਸ਼ੀਆਂ ਨੂੰ ਮਾਰੀਏ ਪਹਿਲਾਂ ਕਿ ਪਹਿਲਾਂ ਦੇ ਲੀੜੇ ਉਤਾਰੀਏ। ਮਾਰਨ ਨੂੰ ਲੋਚੈ ਕਹਣਾ, ਉਹ ਚੱਕਦਾ ਤਲਵਾਰ, ਰਿਸ਼ੀਆਂ ਨੂੰ ਮਾਰਨ ਵਾਸਤੇ ਬੜਾ ਚਾਹੁੰਦਾ ਹੈ ਕਹਣਾ। ਕੱਢ ਨਾ ਹੰਗਾ ਹੱਥ ਉਘਾੜਾ, ਇਹ ਹੱਥ ਖੋਲ ਕੇ ਕੱਢ ਨਹੀਂ ਸਕਦਾ ਤਲਵਾਰ ਮਿਆਨ ਚੋਂ। ਇਹਦੀ ਹਾਲਤ ਹੋ ਰਹੀ ਹੈ ਉਸ ਵੇਲੇ। ਸਤਿਗੁਰ ਮਨੂਆ ਰੱਖਿਆ, ਸਤਿਗੁਰੂ ਅਕਾਲ ਪੁਰਖ ਨੇ ਇਹਦੇ ਮਨ ਨੂੰ ਜਗਾਉਣਾ ਸੀ, ਇਹਦਾ ਮਨ ਰੋਕ ਕੇ ਰੱਖਿਆ ਕਿ ਪਾਪ ਨਾ ਕਰ। ਹੋਏ ਨਾ ਆਵੈ ਉਛੋਹਾੜਾ, ਇਹਦੇ ਅੰਦਰ ਉਸ਼ਾਹ ਨਹੀਂ ਹੁੰਦਾ ਕਿ ਮੈਂ ਰਿਸ਼ੀਆਂ ਨੂੰ ਪਹਿਲਾਂ ਮਾਰ ਲਵਾਂ। ਇਉਂ ਕੰਬ ਗਿਆ ਇਹਦਾ ਮਨ। ਔਗਣ ਸਭ ਪ੍ਰਗਾਸਿਆਨ, ਜਿੰਨੇ ਔਗਣ ਕੀਤੇ ਸੀ ਸਾਰੇ, ਮੈਂ ਆਦਮੀ ਮਾਰਦਾ ਤੇ ਮਗਰੋਂ ਤਲਾਸ਼ੀ ਲੈਣਾ, ਸਾਰੇ ਔਗਣ ਪ੍ਰਗਟ ਕਰ ਦਿੱਤੇ ਆਪਦੇ। ਰੋਜ਼ਗਾਰ ਹੈ ਇਹ ਕਹਿੰਦਾ ਜੀ ਸਾਡਾ ਅਸਾੜਾ, ਰੁਜ਼ਗਾਰ ਇਹ ਹੋਇਆ, ਪਹਿਲਾਂ ਆਦਮੀ ਮਾਰ ਲੈਣਾ ਫਿਰ ਉਹਦੀ ਤਲਾਸ਼ੀ ਲੈਣੀ। ਘਰ ਵਿੱਚ ਪੁੱਛਣ ਕੱਲਿਆ, ਰਿਸ਼ੀਆਂ ਨੇ ਕਿਹਾ ਵੀ ਅਸੀਂ ਤੇਰੇ ਨਾਲ ਪਰਨ ਕਰਦੇ, ਕਿਤੇ ਨਹੀਂ ਜਾਂਦੇ, ਇੱਥੇ ਬੈਠੇ ਰਹਾਂਗੇ। ਜਾਂ ਘਰ 'ਚ ਪੁੱਛਿਆ ਤੇਰੇ ਪਾਪ ਦਾ ਹਿੱਸੇਦਾਰ ਵੀ ਕੋਈ ਬਣੇਗਾ ਕਿ ਨਹੀਂ। ਕਿਉਂ ਘਰ ਵਿੱਚ ਪੁੱਛਣ ਵਾਸਤੇ ਭੇਜਿਆ ਵਾਲਮੀਕ ਨੂੰ। ਅੰਤਕਾਲ, ਵਾਲਮੀਕ ਜਿਹੜਾ ਚੂੜਾ ਸੀ ਉਹ ਸੀ ਇਹ। ਅੰਤਕਾਲ ਹੈ ਕੋਈ ਇੱਕ ਆਸਾੜਾ, ਵਾਲਮੀਕ ਬਰਮਾ ਦਾ ਅਵਤਾਰ ਹੋਇਆ ਹੈ। ਜਿਨ ਰਾਮਚੰਦਰ ਦੀ ਕਥਾ 10,000 ਪਹਿਲਾਂ ਵਰਾ ਵਾਲਮੀਕੀ ਰਮਾਇਣ ਵਿੱਚ ਹੈ। ਉਹ ਬਰਮਾ ਦਾ ਅਵਤਾਰ ਸੀ, ਇਹ ਚੰਡਾਲ ਸੀ ਵਾਲਮੀਕ। ਅੰਤਕਾਲ, ਵਾਲਮੀਕ ਸੁਭਚਾਰੋ ਤਰਿਓ ਮਾਰਨ ਕਿਹਾ ਹੈ। ਅੰਤਕਾਲ ਹੈ ਕੋਈ ਆਸਾੜਾ, ਪੁੱਛਿਆ ਕਹਿੰਦੇ ਵੀ ਸਾਡਾ ਕੋਈ ਅੰਤ ਦੇ ਸਮੇਂ ਕੋਈ ਪਾਪਾਂ ਦੇ ਵੰਡਾਉਣ ਵਾਲਾ ਹਿੱਸੇਦਾਰ ਵੀ ਕੋਈ ਹੋਵੇਗਾ ਕਿ ਨਹੀਂ। ਜਦੋਂ ਪੁੱਛਣ ਵਾਸਤੇ ਭੇਜਿਆ, ਕੋੜ ਮੜਾ ਚੌਖੰਨੀਐ, ਕੋੜਮਾ ਜਿਹੜਾ ਸੀ ਇਸਤਰੀ ਪੁੱਤਰ ਚੌਹਾਂ ਤਰਫਾਂ ਤੋਂ। ਹੋਏ ਨਾ ਬੇਲੀ ਕਰਦੇ ਸਾਰੇ ਮਾਂ ਛਾੜਾ, ਨੂੰ ਪੁੱਛਿਆ, ਮਾਂ ਕਹਿੰਦੀ ਤੈਨੂੰ 9 ਮਹੀਨੇ ਗਰਭ 'ਚ ਰੱਖਿਆ, ਮੈਂ ਤੇਰੇ ਪਾਪ ਦੀ ਭਾਗਣ ਨਹੀਂ ਹੋ ਸਕਦੀ। ਇਸੇ ਪ੍ਰਕਾਰ ਇਸਤਰੀ ਨੇ ਕਿਹਾ ਤੇਰੇ ਨਾਲ ਲਾਵਾਂ ਲਈਆਂ। ਪੁੱਤਰਾਂ ਨੇ ਕਿਹਾ ਤੇਰਾ ਫਰਜ਼ ਹੈ, ਜਿਵੇਂ ਤੈਨੂੰ ਪਾਲਿਆ ਤੇਰੇ ਮਾਪਿਆਂ ਨੂੰ ਸਾਨੂੰ ਪਾਲ। ਇਉਂ ਸਾਰਿਆਂ ਨੂੰ ਜਵਾਬ ਦੇ ਦਿੱਤਾ। ਚੌਹਾਂ ਤਰਫਾਂ ਤੋਂ ਜੋ ਕੋੜਮੇ ਨੂੰ ਸਾਰੇ ਨੂੰ ਪੁੱਛਿਆ, ਹੋਏ ਨਾ ਬੇਲੀ ਕਰਦੇ ਝਾੜਾ, ਕੋਈ ਵੀ ਅਸੀਂ ਪਾਪ ਦੇ ਤੇਰੇ ਬੇਲੀ ਸਹਾਇਕ ਨਹੀਂ। ਇਹ ਸਾਰੇ ਝਗੜਾ ਕਰਦੇ ਹਨ। ਸੱਚ ਦ੍ਰਿੜਾਏ ਉਧਾਰਿਆ, ਉਸ ਵੇਲੇ ਰਿਸ਼ੀਆਂ ਦੇ ਕੋਲੇ ਆ ਗਿਆ। ਰਿਸ਼ੀਆਂ ਨੂੰ ਹੁਕਮ ਨਹੀਂ ਸੀ ਨੀਚ ਨੂੰ ਉਪਦੇਸ਼ ਦੇਣ ਦਾ, ਰਾਮ ਰਾਮ ਉਪਦੇਸ਼ ਦੇਣਾ ਸੀ। ਇਹਨਾਂ ਨੂੰ ਮਰਾ 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 ਇਉਂ ਉਪਦੇਸ਼ ਦਿੱਤਾ। ਉਲਟਾ ਰਾਮ ਦਾ ਨਾਮ ਦਾ ਉਪਦੇਸ਼ ਦਿੱਤਾ। ਜਪਦਿਆਂ ਜਪਦਿਆਂ ਰਾਮ ਰਾਮ ਹੋ ਗਿਆ। 12 ਸਾਲ ਜਪਦਿਆਂ ਜਪਦਿਆਂ ਇਹਦੀ ਲਿਵ ਲੱਗ ਗਈ ਪਰਮੇਸ਼ਰ ਦੇ ਨਾਮ 'ਚ। ਫਿਰ ਰਿਸ਼ੀਆਂ ਨੇ ਆ ਕੇ ਜਗਾਇਆ। ਬਰਮੀ ਉੱਤੇ ਜੰਮੀ ਹੋਈ ਸੀ ਤੇ ਉਸ ਵੇਲੇ ਬ੍ਰਹਮ ਗਿਆਨ ਦੇ ਕੇ ਨਿਹਾਲ ਕਰਤਾ। ਇਸ ਪ੍ਰਕਾਰ ਮਿਹਰ ਕੀਤੀ। ਟੱਪ ਨਿਕੱਥਾ ਉੱਪਰ ਵਾੜਾ, ਜਿਹੜੀ ਦੁਨੀਆ ਦੀ ਵਾੜ ਸੀ ਨਾ, ਉਹ ਤੋਂ ਟੱਪ ਕੇ ਨਿਕਲ ਗਿਆ। ਜੰਮਣ ਮਰਨ ਦੀ ਵਾੜ ਤੋਂ ਉੱਪਰ ਹੋ ਗਿਆ। ਮਹਾਰਾਜ ਦੀ ਐਸੀ ਕਿਰਪਾ ਹੋਈ। ਫਿਰ ਕ੍ਰਿਸ਼ਨ ਭਗਵਾਨ ਜੀ ਨੇ ਜਦੋਂ ਪਾਂਡਵਾਂ ਦਾ ਜੱਗ ਕੀਤਾ, ਉਦੋਂ ਸੰਪੂਰਨ ਕਰਨ ਵਾਸਤੇ ਯੁਧਿਸ਼ਟਰ ਨੂੰ ਕਿਹਾ, ਹੈ ਯੁਧਿਸ਼ਟਰ, ਕੋਈ ਜਿਹੜਾ ਨਿਰਾਸ਼ਾ ਪੁਰਖ ਹੋਵੇ ਉਹਨੂੰ ਲਿਆ ਤਾਂ ਜੱਗ ਸੰਪੂਰਨ ਹੋਊ। ਇਹ ਕਹਿਣ ਲੱਗੇ, ਮਹਾਰਾਜ ਜੋਗੀ ਕੰਨਾ ਫਟਾ ਦੇਖੇ, ਸੀਸ ਧਰੇ ਜਟਾਂ ਪੇਖੇ, ਹਾਥ ਧਰੇ ਨਖਾਂ ਵੇਖੇ, ਐਸੋ ਨਾ ਕੋਊ ਜਾ ਕੇ ਆਸਾ ਨਹੀਂ ਮਨ ਮੈਂ। ਇਹ ਮਹਾਭਾਰਤ ਵਿੱਚ ਆਉਂਦੀ ਹੈ ਕਵਿਤਾ, ਜੋ ਕਲਗੀਧਰ ਨੇ ਕਵੀਆਂ ਦੇ ਪਾਸੋਂ ਕਰਾਈ ਹੈ। ਉਸ ਥਾਂ ਇਹਨੂੰ ਤੁਮਾਰਾ ਸਾਹਿਬ ਨੇ ਕ੍ਰਿਸ਼ਨ ਭਗਵਾਨ ਨੇ ਕਿਹਾ, ਨਿਰਾਸ਼ਾ ਇੱਕ ਪੁਰਖ ਹੈ, ਜਾਂ ਉਹਦੇ ਪਾਸ ਯੁਧਿਸ਼ਟਰ ਗਿਆ। ਪੰਜੇ ਭਰਾ ਕਹਿਣ ਲੱਗਾ ਵੀ 100 ਸਮੇਤ ਜੱਗ ਦਾ ਫਲ ਦਿਓ ਤੇ ਤਾਂ ਤੁਹਾਡੇ ਚੱਲੂ ਜੱਗ। ਜਦੋਂ ਵਾਲਮੀਕ ਨੇ ਉਹ ਕਿਹਾ, ਕਹਿੰਦੇ ਸਾਡਾ ਤਾਂ ਇੱਕ ਜੱਗ ਹੀ ਨਹੀਂ ਜੇ ਸੰਪੂਰਨ ਹੋਇਆ, 100 ਸਮੇਤ ਜੱਗ ਦਾ ਕਿੱਥੋਂ ਫਲ ਦਈਏ। ਫਿਰ ਦ੍ਰੋਪਤਾ ਗਈ। ਦ੍ਰੋਪਤਾ ਕਹਿੰਦੀ, ਸੰਤ ਜੀ ਚਲੋ ਜੱਗ 'ਚ ਦਰਸ਼ਨ ਦਿਓ। ਕਹਿਣ ਲੱਗਾ, ਬੀਬੀ ਮੇਰਾ ਪਰਨ 100 ਸਮੇਤ ਜੱਗ ਦਾ ਫਲ ਦਿਓ ਤਾਂ ਚੱਲੂ। ਇਹ ਕਹਿਣ ਲੱਗੀ, ਇਉਂ ਲਿਖਿਆ ਸ਼ਾਸਤਰਾਂ 'ਚ ਵਿਧਵਤ ਜੱਗ ਕਰਤੀ ਸਦਾ, ਜਿਹਦੇ 'ਚ ਉੱਤਮ ਗੋਤ, ਸਾਧ ਨਿਕਟ ਚੱਲ ਜਾਤੀ, ਸੋ ਫਲ ਪਗ ਪਗ ਹੋਤ। ਵਿਧੀ ਪੂਰਵਕ ਜਿਹੜੇ ਉੱਤਮ ਗੋਤ ਸਾਰਸਵਤ ਆਦਿਕ ਬ੍ਰਾਹਮਣ ਜਿਹੜੇ ਜੋ ਕਰਨ ਇਸ ਪ੍ਰਕਾਰ ਜੱਗ, ਉੱਤਮ ਗੋਤ ਵਾਲੇ ਬ੍ਰਾਹਮਣ ਜਿਹੜੇ ਹਨ, ਉਹਨਾਂ ਦਾ ਜੱਗ ਕੀਤੇ ਹੋਏ ਦਾ ਜਿਹੜਾ ਫਲ ਹੈ
ਸਾਧ ਸੰਗਤ ਦੇ ਕੋਲੇ ਜੇ ਇੱਕ ਪੈਰ ਧਰੀਏ ਤਾਂ ਇੱਕ ਪੈਰ ਤੇ 100 ਸਮੇਤ ਜੱਗ ਦਾ ਫਲ ਹੁੰਦਾ ਹੈ। 100 ਕਰਮ ਦਾ ਫਲ ਤੁਸੀਂ ਲੈ ਲਓ, ਬਾਕੀ ਉੱਠ ਕੇ ਤੁਰ ਪਓ। ਸੁਣ ਕੇ ਰਿਸ਼ੀ ਤੁਰ ਪਿਆ ਸੀ। ਇਸ ਪ੍ਰਕਾਰ ਕ੍ਰਿਸ਼ਨ ਭਗਵਾਨ ਜੀ ਨੇ ਇਹ ਪਰਨ ਕੀਤਾ ਸੀ ਕਿ ਅਸੀਂ ਰਿਸ਼ੀਆਂ ਦੇ ਚਰਨ ਧੋਣੇ ਹੈ। ਉਸ ਵੇਲੇ ਭਗਤ ਰਵਿਦਾਸ ਜੀ ਨੇ ਕਿਹਾ, ਰੇਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੈ ਪੇਖ, ਕਹੀਂ ਜਾਤ ਤੇ ਕਹੇ ਪਦੇ ਅਮਰਿਓ ਰਾਮ ਭਗਤੋ ਸੇਖ। ਪਰਮੇਸ਼ਰ ਦੀ ਐਡੀ ਵੱਡੀ ਭਗਤੀ ਹੈ। 70,000 ਸਭ ਤੇ ਝੂਠੀਆਂ ਪੱਤਿਆਂ ਦੇ ਕੁੱਤੇ ਅਧਿਕਾਰੀ ਹੁੰਦੇ ਹਨ, ਝੂਠ ਚੂੜੇ ਵੀ ਚੱਕਦੇ ਹੈ ਅਤੇ ਆਜ਼ਾਦ ਕੁੱਤਿਆਂ ਨੂੰ ਮਾਰਨ ਵਾਲੇ ਹੁੰਦੇ ਦੇ ਦੇ ਕੇ ਗੋਲੀਆਂ। ਕ੍ਰਿਸ਼ਨ ਲਾਵੇ ਹੇਤ ਕ੍ਰਿਸ਼ਨ ਭਗਵਾਨ ਨੇ ਉਹਦੇ ਚਰਨ ਧੋਤੇ। ਕ੍ਰਿਸ਼ਨ ਜੀ ਨੇ ਨਾਲ ਪਿਆਰ ਕੀਤਾ। ਲੋਕ ਵਪਰਾ ਕਿਆ ਸਲਾਹੇ, 3 ਲੋਕ ਪ੍ਰਵੇਸ਼। ਵਪੜੇ ਲੋਕਾਂ ਨੂੰ ਕੀ ਸਿਫਤ ਕਰਨੀ, 3 ਲੋਕਾਂ ਜਿਹੜਾ ਜਸ ਫੈਲ ਗਿਆ। ਐਡੀ ਵੱਡੇ ਪ੍ਰਤਾਪ ਨੂੰ ਪਾਇਆ। ਵਾਲਮੀਕ ਨੂੰ ਜਦੋਂ ਭੋਜਨ ਦਿੱਤੇ, ਸਾਰੇ ਭੋਜਨ ਪਰੋਸ ਕੇ ਇਕੱਠੇ ਕਰ ਲਏ, ਮਿੱਠੇ ਵੀ ਖੱਟੇ ਵੀ ਅਤੇ ਸਲੂਣੇ ਵੀ। ਜੋ ਇਕੱਠੇ ਕਰ ਲਏ, ਦ੍ਰੋਪਦੀ ਕਹਿਣ ਲੱਗੀ ਫੇਰ ਵੀ ਨੀਵੀਂ ਜਾਤ ਵਾਲਾ ਰਿਹਾ ਨਾ, ਇਹਨੂੰ ਭੋਜਨਾਂ ਦਾ ਸ਼ਹੂਰ ਨਹੀਂ। ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛ ਲਿਆ, ਕਹਿਣ ਲੱਗੇ ਹੇ ਰਿਸ਼ੀ, ਤੈਂ ਭੋਜਨ ਇਕੱਠੇ ਕਿਉਂ ਕਰ ਲਏ, ਮਿੱਠਿਆਂ ਦਾ ਸਵਾਦ ਨਾ ਲਿਆ, ਸਲੂਣਿਆਂ ਦਾ ਸਵਾਦ ਨਾ ਲਿਆ। ਕਹਿਣ ਲੱਗੇ ਮਹਾਰਾਜ, ਮੈਂ ਆਪ ਨੂੰ ਭੋਗ ਲਗਾ ਕੇ ਛਕਣਾ ਸੀ। ਮੈਂ ਸੋਚਿਆ ਵੀ ਕੀ ਹੈ, ਭਗਵਾਨ ਮਿੱਠੇ ਖਾਣ ਵੱਲੋਂ ਮੂੰਹ ਮੁੜਿਆ ਹੋਵੇ, ਸਲੂਣੇ ਖਾਣੇ ਚਾਹੁੰਦੇ ਹੋਣ। ਇਹ ਕੀ ਪਤਾ ਕਿ ਆਪ ਜੀ ਨੇ ਖੱਟ ਮਿੱਠੇ ਖਾਣੇ ਹੋਣ। ਮੈਂ ਇਸ ਕਰਕੇ ਇਕੱਠੇ ਕਰਕੇ ਹੀ ਅਰਦਾਸ ਕਰ ਲਈ ਹੈ। ਸੁਣ ਕੇ ਦ੍ਰੋਪਦਾ ਦੀ ਸ਼ੰਕਾ ਮਿਟ ਗਈ। ਫਿਰ ਘੰਟਾ ਵੱਜਿਆ ਸਾਧ ਸੰਗਤ ਪਾਂਡਵਾਂ ਦੇ ਜੱਗ ਦੀ ਸੰਪੂਰਨਤਾ ਦਾ। ਇਸ ਪ੍ਰਕਾਰ ਬਿਜਨ ਖੇਦ ਕਰਮਾਂ ਦੀ ਵਾੜ ਸੀ, ਉਹ ਤੋਂ ਉੱਪਰ ਹੋ ਗਿਆ। ਗੁਰਮੁਖ ਲੰਗੇ ਪਾਪ ਪਹਾੜ, ਇਸ ਪ੍ਰਕਾਰ ਗੁਰਮੁਖ ਪਾਪਾਂ ਦੇ ਪਹਾੜ ਤੋਂ ਲੰਘ ਕੇ ਮੁਕਤ ਹੋ ਗਏ ਹਨ। ਪਦ ਤੇ ਅਜਾਮਲ ਪਾਪ ਕਰ। ਹੋਰ ਅਜਾਮਲ ਦੀ ਸਾਖੀ ਸੁਣੋ। ਇੱਕ ਅਜਾਮਲ ਨਾਵੇਂ, ਅਜਾ ਨਾਮ ਬੇਸਵਾ ਦਾ ਹੈ। ਮੇਲ ਨਾਮ ਸੰਸਕ੍ਰਿਤ ਦੇ ਪੁਸਤਕਾਂ 'ਚ ਅਜਾ ਮੇਲ ਨਾਮ ਆਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅਜਾ ਮੱਲ ਆਉਂਦਾ, ਬੇਸਵਾ ਨੂੰ ਜਿਹੜਾ ਮੱਲ ਕੇ ਬੈਠ ਜਾਵੇ। ਇਹਦਾ ਜਿਹੜਾ ਪੰਡਤ ਵਿਦਵਾਨ ਗੁਰੂ ਸੀ, ਉਸ ਦੇ ਪਾਸੋਂ ਵਿਦਿਆ ਪੜ੍ਹਦਾ ਸੀ। ਰਾਜ ਬੇਸਵਾ ਦਾ ਬਾਜ਼ਾਰ ਸੀ। ਉਹਦੀ ਆਗਿਆ ਸੀ ਵਿਦਿਆਰਥੀਆਂ ਨੂੰ, ਇਸ ਬੇਸਵਾ ਦੇ ਬਾਜ਼ਾਰ ਥਾਣੀ ਨਹੀਂ ਕਦੇ ਲੰਘਣਾ, ਦੂਏ ਪਾਸੇ ਦੀ ਲੰਘ ਕੇ ਆਪਣੇ ਘਰ ਚਲੇ ਜਾਇਆ ਕਰੋ। ਪਾਠਸ਼ਾਲਾ ਜਦੋਂ ਆਵੋ ਉਦੋਂ ਵੀ ਬੇਸਵਾ ਦੇ ਬਾਜ਼ਾਰ ਤੋਂ ਪਾਸੇ ਦੀ ਆਉਣਾ। ਇਹ ਜਿੰਨਾ ਚਿਰ ਵਿਦਿਆ ਪੜ੍ਹਦੇ ਰਹੇ ਇਸੇ ਤਰ੍ਹਾਂ ਕਰਦੇ ਰਹੇ। ਜਦੋਂ ਇਹ ਅਜਾਮਲ ਵਿਦਵਾਨ ਹੋ ਗਿਆ, ਇਹਦਾ ਪਿਤਾ ਅੱਗੇ ਰਾਜ ਸਭਾ 'ਚ ਕਥਾ ਕਰਦਾ ਹੁੰਦਾ ਸੀ। ਉਦਣ ਕਿਹਾ ਕਿ ਪੁੱਤਰ ਤੂੰ ਕਥਾ ਕਰਨ ਜਾ। ਇਹ ਜਿਸ ਵੇਲੇ ਕਥਾ ਕਰਨ ਗਿਆ ਰਾਜ ਸਭਾ ਵਿੱਚ, ਉਸ ਵੇਲੇ ਸਾਧ ਸੰਗਤ ਜੀ ਨੇ ਕਿਹਾ, ਮੈਨੂੰ ਮੇਰਾ ਮੁਰਸ਼ਦ ਜਿਹੜਾ ਰੋਕਦਾ ਰਿਹਾ ਹੈ, ਭਲਾ ਇਹ ਬਾਜ਼ਾਰ 'ਚ ਕੀ ਆ ਤਕਲੀਫ ਹੈ, ਲੰਘੀਏ। ਉਹ ਬੇਸਵਾ ਦੇ ਬਾਜ਼ਾਰ ਥਾਣੀ ਲੰਘਿਆ। ਇਹਦਾ ਉਹਦੇ ਗਾਉਣਾ ਵਜਾਉਣਾ ਸੁਣ ਕੇ ਚਿੱਤ ਮਸਤ ਹੋ ਗਿਆ। ਫਿਰ ਬੇਸਵਾ ਜਦੋਂ ਕਥਾ ਕਰਕੇ ਹਟਿਆ, ਉਸ ਵੇਲੇ ਬੇਸਵਾ ਉੱਥੇ ਗਾਉਣ ਵਾਸਤੇ ਤੈਫਾ ਲੈ ਕੇ ਆ ਗਈ। ਉਹ ਮੁਜਰਾ ਸੁਣਦਾ ਰਿਹਾ, ਮਨ ਪਰਚ ਗਿਆ। ਰਾਜੇ ਨੇ ਭ੍ਰਿਸ਼ਟ ਹੋਇਆ ਜਾਣ ਕੇ ਕੱਢ ਦਿੱਤਾ। ਇਹ ਬਾਹਰ ਕੁੱਲੀ ਪਾ ਕੇ ਰਹਿਣ ਲੱਗ ਗਿਆ। ਇਸ ਪ੍ਰਕਾਰ ਜਾਨਵਰਾਂ ਨੂੰ, ਚਿੜੀਆਂ ਨੂੰ ਮਾਰ ਮਾਰ ਕੇ ਖਾਇਆ ਕਰੇ। ਇਸ ਤਰ੍ਹਾਂ ਸਮਾਂ ਜਦੋਂ ਗੁਜ਼ਰਿਆ, ਸਮਾਂ ਗੁਜ਼ਰਨ ਤੋਂ ਬਾਅਦ ਇੱਕ ਦਿਨ ਮਹਾਤਮਾ ਉੱਥੇ ਉਜਾੜ 'ਚ ਆ ਗਏ ਇਹਨਾਂ ਦੀ ਕੁੱਲੀ 'ਚ। ਇਸ ਨੂੰ ਉਸ ਵੇਲੇ ਨਮਸਕਾਰ ਕੀਤੀ, ਸੰਤਾਂ ਨੂੰ ਬਿਠਾ ਲਿਆ। ਸੰਤ ਕਹਿੰਦੇ ਕੰਮ ਕੀ ਕਰਦਾ ਹੁੰਦਾ? ਕਹਿੰਦੇ ਚਿੜੀਆਂ ਮਾਰ ਕੇ ਖਾਣਾ। ਫਿਰ ਹੋਰ ਕੋਈ ਚੰਗਾ ਕੰਮ ਕਰਦਾ ਕਿ ਨਹੀਂ? ਸੰਤਾਂ ਨੂੰ ਕਹਿ ਕੇ ਉਸ ਦਿਨ ਛੋਲੇ ਉਬਾਲ ਕੇ ਭੇਟਾ ਕੀਤੇ। ਸੰਤਾਂ ਨੇ ਕਿਹਾ ਵੀ ਤੇਰਾ ਤਾਂ ਖਾਵਾਂਗੇ, ਤੂੰ ਆਪਣਾ ਕਰਮ ਛੱਡ ਦੇ। ਉਸ ਵੇਲੇ ਅਜਾਮਲ ਨੇ ਕਿਹਾ, ਮਹਾਰਾਜ ਮੈਂ ਤਾਂ ਚਾਰੇ ਵੇਦ ਦੇ ਜਿਹੜੇ ਖੱਡ ਅੰਗ ਹਨ, ਸਿੱਖਿਆ, ਕਲਪ, ਨਰੁਕਤ, ਜੋਤਿਸ਼, ਪਿੰਗਲ, ਵਿਆਕਰਨ ਸਾਰੇ ਪੜ੍ਹਿਆ ਹੋਇਆ ਹਾਂ, ਪਰ ਮੈਨੂੰ ਕੁਰੀਤੀ ਕਰਕੇ ਬੇਸਵਾ ਦੇ ਨਾਲ ਤਾਲੁਕ ਕਰਨੇ ਕਰਕੇ ਰਾਜੇ ਨੇ ਰਾਜ ਦਰਬਾਰ 'ਚੋਂ ਕੱਢਤਾ। ਭ੍ਰਿਸ਼ਟ ਹੋ ਕੇ ਬਾਹਰ ਕੁੱਲੀ ਪਾ ਕੇ ਮੈਂ ਰਹਿਣਾ ਹਾਂ। ਇਹ ਮੇਰੀ ਹਾਲਤ ਹੈ। ਫਿਰ ਉਹਨੂੰ ਪੁੱਛਿਆ, ਤੇਰੇ ਪੁੱਤਰਾਂ ਦਾ ਨਾਂ ਕੀ ਹੈ? ਕਿਸੇ ਦਾ ਨਾਂ ਕੋਈ ਦੱਸਿਆ, ਕਿਸੇ ਦਾ ਨਾਂ ਕੋਈ ਦੱਸਿਆ। ਫਿਰ ਉਹਨੇ ਕਿਹਾ ਵੀ ਜਿਹੜਾ ਤੇਰਾ ਪੁੱਤਰ ਹੁਣ ਪੈਦਾ ਹੋਣ ਵਾਲਾ ਹੈ, ਇਹਦਾ ਨਾਮ ਨਾਰਾਇਣ ਰੱਖੀ। ਹੁਣ ਪਰਮੇਸ਼ਰ ਦਾ ਨਾਮ ਹੀ ਤੇਰਾ ਉਧਾਰ ਕਰੇਗਾ, ਹੋਰ ਕੋਈ ਉਪਾਅ ਨਹੀਂ ਹੈ। ਇਉਂ ਰਿਸ਼ੀਆਂ ਨੂੰ ਉਪਦੇਸ਼ ਦਿੱਤਾ ਸੀ। ਇਸ ਨੂੰ ਉਹ ਪ੍ਰਸੰਗ ਦੱਸਦੇ ਹਨ। ਪਤਿਤ ਅਜਾਮਲ ਪਾਪ ਕਰ। ਕਹਿੰਦੇ ਪਾਪਾਂ ਨੂੰ ਕਰਕੇ ਪਤਿਤ ਗਿਰਾਵਟ ਨੂੰ ਪ੍ਰਾਪਤ ਹੋ ਗਿਆ। ਅਜਾਮਲ ਜੋ ਸੀ ਆਪਣੇ ਪੰਡਤ ਪੁਣੇ ਤੋਂ ਭ੍ਰਿਸ਼ਟ ਹੋ ਗਿਆ। ਜਾਏ ਕਲਾਵਤਣੀ ਦੇ ਰਹਿਆ। ਕਲਾਵਤਣੀ ਜਿਹੜੀ ਗਵਈਣ ਸੀ ਨਾ ਪਾਤਸ਼ਾਹ ਦੀ ਵੇਸਵਾ,
ਉਹਦੇ ਜਾ ਕੇ ਰਹਿਣ ਲੱਗ ਗਿਆ। ਗੁਰ ਤੇ ਬੇਮੁਖ ਹੋਏ ਕਰ ਆਪਣੇ ਗੁਰੂ ਤੋਂ ਜੀ ਤੋਂ ਵਿਦਿਆ ਪੜ੍ਹੀ ਸੀ, ਉਸ ਦੀ ਸਿੱਖਿਆ ਨਾ ਧਾਰੀ, ਉਹ ਤੋਂ ਵੀ ਬੇਮੁਖ ਹੋ ਗਿਆ। ਪਾਪ ਕਮਾਵਾ ਦੁਰਮਤ ਦਹਿਆ ਖੋਟੀ ਮੱਤ ਦਾ ਸਾੜਿਆ ਹੋਇਆ ਰਾਤ ਦਿਨੇ ਬੇਸਵਾ ਦਾ ਗਮਨ ਕਰਦਾ, ਪਾਪ ਕਮਾਉਂਦਾ ਹੈ। ਬਿਰਥਾ ਜਨਮ ਗਵਾਇਨ ਕਿਉਂ ਮਾਂ ਸ਼ਰਾਬ ਬਿਨਾ ਹੋਰ ਗੱਲ ਹੀ ਨਹੀਂ ਕਰਦਾ, ਵਿਅਰਥ ਹੀ ਆਪਦਾ ਜਨਮ ਗਵਾ ਲਿਆ। ਭਵ ਜਲ ਅੰਦਰ ਫਿਰਦਾ ਇਸ ਵਹਿਆ ਪ੍ਰਕਾਰ ਸੰਸਾਰ ਸਮੁੰਦਰ ਦੇ ਗੋਤੇ ਖਾਂਦਾ, ਰੁੜਿਆ ਤੁਰਿਆ ਫਿਰਦਾ, ਬਹਿਆ ਫਿਰਦਾ ਹੈ। ਛੇ ਪੁੱਤ ਜਾਏ ਵੇਸਵਾ ਇਸ ਪ੍ਰਕਾਰ 6 ਪੁੱਤ ਵੇਸਵਾ ਦੇ ਪੈਦਾ ਕੀਤੇ ਇਸਨੇ। ਪਾਪਾਂ ਦੇ ਫਲ ਇੱਛੇ ਲਹਿਆ ਜਿਹੜੇ ਪਾਪਾਂ ਦੀ ਇੱਛਾ ਸੀ ਉਹਦਾ ਫਲ ਮਿਲ ਗਿਆ, 6 ਪੁੱਤਰ ਹੋ ਗਏ ਅੱਗੇ। ਪੁੱਤਰਿਓ ਪੰਨਾ ਸਤਵਾਂ ਸੱਤਵਾਂ ਜਦੋਂ ਪੁੱਤਰ ਪੈਦਾ ਹੋਇਆ, ਨਾਉ ਧਰਨ ਨੋ ਚੇਤਿਓ ਉਸ ਮਹਿਆ ਵੇਲੇ ਉਸ ਪੁੱਤਰ ਦਾ ਨਾਮ ਧਾਰਨ ਨੂੰ ਚਿੱਤ ਦੇ ਵਿੱਚ ਉਤਸ਼ਾਹ ਕੀਤਾ। ਗੁਰੂ ਦੁਆਰਾ ਜਾਏ ਕੈ ਇਹ ਭਾਈ ਸਾਹਿਬ ਜੀ ਗੁਰਮਤਿ ਦੁਆਰਾ ਦੱਸ ਰਹੇ ਇੱਥੇ। ਉਹਦਾ ਸੰਤਾਂ ਨੇ ਕਿਹਾ ਸੀ ਵੀ ਉਸ ਦਾ ਨਾਮ ਨਰੈਣ ਰੱਖੀ, ਇਹ ਦਿਨ ਗੁਰਦੁਆਰੇ ਸਾਹਿਬ ਜਾ ਕੇ ਨਾਮ ਲਿਖਾਇਆ। ਗੁਰਮੁਖ ਨਾਉ ਨਾਰਾਇਣ ਗੁਰਮੁਖਾਂ ਕਹਿਆ ਦੱਸਿਆ ਨੰਨੇ ਅੱਖਰ ਤੋਂ ਨਰੈਣ ਨਾਮ ਰੱਖੋ। ਇਸ ਪ੍ਰਕਾਰ ਨਾਰਾਇਣ ਨਾਮ ਰੱਖਿਆ ਗਿਆ, ਕਹਿ ਦਿੱਤਾ। ਅੰਤ ਕਾਲ ਜਮ ਦੂਤ ਵੇਖ ਜਦੋਂ ਅੰਤ ਦਾ ਸਮਾਂ ਆਇਆ, ਪਾਪਾਂ ਦਾ ਫਲ ਮਿਲਣ ਲੱਗਾ, ਜਮਦੂਤਾਂ ਦੇ ਦਰਸ਼ਨ ਕੀਤੇ। ਪੁੱਤ ਨਾਰਾਇਣ ਬੋਲਾ ਉਸ ਸ਼ਹਿਆ ਵੇਲੇ ਸਾਹਮਣੇ ਨਰੈਣ ਦਾ ਨਾਮ ਲੈਂਦਾ, ਜਮਦੂਤਾਂ ਦਾ ਇੰਨਾ ਡਰ ਪੈ ਗਿਆ, ਸਹਿ ਕੇ ਕਹਿੰਦਾ ਮੇਰੇ ਪੁੱਤਰ ਨਰੈਣ ਨੂੰ ਮੇਰੀ ਛਾਤੀ ਤੇ ਪਾਓ। ਇਹ ਬਚਨ ਕਹੇ ਮਹਾਰਾ ਅੰਤਰਜਾਮੀ ਜਾਣਦੇ ਸੀ, ਪੁੱਤਰ ਦੇ ਬਹਾਨੇ ਸਾਨੂੰ ਚੇਤੇ ਕੀਤਾ ਹੈ। ਮੇਰੇ ਠਾਕੁਰ ਕੇ ਮਨ ਭਾਏ ਭਾਵਨੀ ਜਮ ਕੰਕਰ ਮਾਰ ਗਦਾਰੇ, ਪੁੱਤਰ ਦੇ ਬਹਾਨੇ ਸਾਨੂੰ ਚੇਤੇ ਕਰ ਰਿਹਾ, ਡਰਦਾ ਜਮਾਂ ਤੋਂ ਪੁੱਤ ਦਾ ਨਾਮ ਲੈਂਦਾ। ਉਸ ਵੇਲੇ ਸੱਚੇ ਪਾਤਸ਼ਾਹ ਨੇ ਰੱਖਿਆ ਕੀਤੀ, ਸਹਿ ਕੇ ਪੁੱਤਰ ਦੇ ਨਾਮ ਦੇ ਬਹਾਨੇ ਮਹਾਰਾਜ ਨੂੰ ਯਾਦ ਕੀਤਾ ਇਸਨੇ। ਜਮ ਗਣ ਮਾਰੇ ਹਰ ਜਨ ਹਰੀ ਦੇ ਜਨ ਉਸ ਵੇਲੇ ਰਾਮ ਗਣ ਆ ਗਏ, ਜਮਾਂ ਦੇ ਜਿਹੜੇ ਗਣ ਸੀ ਉਹ ਮਾਰ ਦਿੱਤੇ। ਗਿਆ ਸੁਰਗ ਜਮ ਡੰਡ ਨਾ ਸਹਿਆ ਸਵਰਗ ਵਿੱਚ ਚਲਿਆ ਗਿਆ, ਸਾਸ ਵੀ ਜਮ ਦਾ ਡੰਡ ਨਹੀਂ ਸਹਾਰਿਆ। ਇਉਂ ਮਹਾਰਾਜ ਦੇ ਨਾਮ ਨਾਲ ਕਿਰਪਾ ਹੋ ਗਈ। ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਸੀ ਕਿ ਭਾਈ ਸਾਹਿਬ ਜੀ ਉਹ ਵੀ ਉਧਰ ਗਿਆ, ਤਾਂ ਉੱਥੇ ਦੱਸਿਆ ਭਾਈ ਨੇ, ਕਹਿੰਦੇ ਭਾਈ ਇਹ ਠੀਕ ਹੈ, ਬੇੜੀ ਦੀ ਸੰਗਤ ਕਰਕੇ ਭਾਵੇਂ ਲੋਹਾ ਵੀ ਪਾਰ ਹੋ ਜਾਂਦਾ ਹੈ, ਤਾਂਬਾ ਵੀ ਪਾਰ ਹੋ ਜਾਂਦਾ ਹੈ, ਪਰ ਜਦੋਂ ਪਾਰ ਜਾਂਦੇ ਉਦੋਂ ਮੁੱਲ ਤਾਂ ਪੈਂਦਾ ਨਾ ਜੀ, ਇਹੋ ਜਿਹਾ ਕੋਈ ਹੋਵੇ। ਕਿਉਂ ਜੀਵਨ ਦਾ ਜਦੋਂ ਪਰਮੇਸ਼ਰ ਦੇ ਨਾਮ ਨੇ ਜਮਾਂ ਤੋਂ ਤਾਂ ਛੁਡਾ ਦਿੱਤਾ, ਪਰ ਜੀਵਨ ਦਾ ਜਦੋਂ ਮੁੱਲ ਪਿਆ ਉਹ ਅਜਾਮਲ ਜਿਹੜੇ ਕਬੀਰ ਸਾਹਿਬ ਸਾਰੀ ਉਮਰ ਭਗਤੀ ਕਰਨ ਵਾਲੇ ਹੈ, ਉਹੋ ਜਿਹੇ ਜੀਵਨ ਵਾਲਾ ਤਾਂ ਨਾ ਹੋ ਸਕਿਆ। ਕਿਉਂ ਪਰਮੇਸ਼ਰ ਦੇ ਨਾਮ ਨੇ ਭਾਵੇਂ ਉਧਾਰ ਦਿੱਤਾ, ਉਹ ਜਮਾਂ ਤੋਂ ਛੁਡਾ ਲਿਆ, ਪਰ ਫਿਰ ਵੀ ਸਾਧ ਸੰਗਤ ਜੀ ਜਿਹੜਾ ਅਬ ਤੋਂ ਜਾਇ ਦੇ ਸਿੰਘਾਸਨ ਮਿਲੇ ਆ ਸਾਰੰਗ ਪਾਨੀ, ਰਾਮ ਕਬੀਰਾ ਏਕ ਭਈਆ ਕੋਈ ਨਾ ਸਕੇ ਪਛਾਨੀ। ਇਹ ਦਾਤ ਤੋਂ ਤਾਂ ਵਾਂਝਾ ਹੀ ਰਹਿਣਾ ਪਿਆ ਨਾ, ਸਾਰੀ ਉਮਰ ਵਿਸ਼ਿਆਂ 'ਚ ਲੱਗਣੇ ਕਰਕੇ। ਗਿਆ ਸੁਰਗ ਜਮ ਡੰਡ ਨਾ ਸਹਿਆ ਸਵਰਗ ਵਿੱਚ ਚਲਿਆ ਗਿਆ, ਜਮਾਂ ਦਾ ਡੰਡ ਨਾ ਇਸ ਨੂੰ ਸਹਾਰਿਆ। ਨਾਏ ਲਾਏ ਦੁੱਖ ਡੇਰਾ ਟਹਿਆ ਨਾਮ ਦੇ ਲੈਣੇ ਕਰਕੇ ਜੰਮਣ ਬੰਦਾ ਦੁੱਖਾਂ ਦਾ ਡੇਰਾ ਢਹਿ ਗਿਆ। ਗਨਕਾ ਪਾਪਣ ਹੋਏ ਹੋਰ ਸੁਣੋ, ਕਹਿੰਦੇ ਵੇਸਵਾ ਸੀ ਇੱਕ ਪੰਡਰਪੁਰ ਦੀ, ਇਹ ਬੜੀ ਪਾਪਣ ਸੀ ਹੋ ਕੇ। ਪਾਪਾਂ ਦਾ ਗਲ ਹਾਰ ਇਹ ਪਰੋਤਾ ਰਾਤ ਨੇ ਪਾਪ ਹੀ ਕਰਦੀ, ਪਾਪਾਂ ਦਾ ਹਾਰ ਗਲ 'ਚ ਪਰੋਤਾ ਹੋਇਆ ਸੀ। ਮਹਾਂਪੁਰਖਿਆ ਚਾਣ ਚੱਕ ਇੱਕ ਝੜੀ ਲੱਗੀ ਹੋਈ ਸੀ, ਬੜੀ ਸਿਆਲ ਦੀ ਰੁੱਤ ਦੀ ਠੰਡ ਸੀ, ਬਸਤਰ ਸੰਤ ਦੇ ਭਿੱਜ ਗਏ। ਉਹ ਮਹਾਂਪੁਰਖ ਅਚਾਨਕ ਚੱਕ ਆਇਆ, ਸੱਥ ਵਿੱਚ ਪੁੱਛਿਆ ਵੀ ਕਿਸੇ ਭਗਤ ਦਾ ਘਰ ਹੋਵੇ। ਮਸ਼ਕਰੇ ਉੱਥੇ ਬੈਠੇ, ਕਹਿੰਦੇ ਆ ਭਗਤਨੀ ਦਾ ਘਰ ਆ, ਜਾ ਇਹਦੇ ਘਰ ਜਾ ਕੇ ਸਮਾਂ ਬਤੀਤ ਕਰ। ਇਉਂ ਅਚਾਨਕ ਚੱਕ ਸੁਤੇ ਸਿੱਧ ਨਿਸਕਪਟ ਮਹਾਂਪੁਰਖ ਹੁੰਦੇ ਹੈ, ਛਲ ਨਹੀਂ ਕਿਸੇ ਨਾਲ ਕਰਦੇ ਤੇ ਨਾ ਛਲੀਏ ਦੀ ਖਿਆਲ ਰੱਖਦੇ ਹੈ। ਉਹ ਅਚਾਨਕ ਚੱਕ ਉਹਨਾਂ ਦੇ ਕਹਿਣ ਤੋਂ ਮਸ਼ਕਰਿਆਂ ਦੇ ਮਹਾਂਪੁਰਖ ਗਨਕਾ ਬਾੜੇ ਆਏ ਇਹ ਗਨਕਾ ਦਾ ਜਿੱਥੇ ਬਾੜਾ ਸੀ ਉੱਥੇ ਆ ਖੜੋਤੇ। ਦੁਰਮਤ ਦੇਖ ਦਇਆਲ ਹੋ ਜਦੋਂ ਦੇਹੜੀ ਤੇ ਪੈਰ ਰੱਖਿਆ, ਅੱਗੇ ਬੇਸਵਾ ਦਾ ਦੇਖਿਆ ਠਾਟ ਬਾਟ, ਝੱਟ ਪੈਰ ਪਿੱਛੇ ਪਾਉਣ ਲੱਗੇ। ਬੇਸਵਾ ਨੇ ਸੰਤਾਂ ਦੇ ਦਰਸ਼ਨ ਕਰਕੇ ਮਨ ਬਕਾਰਾਂ ਵੱਲੋਂ ਢਲ ਗਿਆ, ਹਟ ਕੇ ਚਰਨ ਆਪ ਪਕੜੇ, ਕਹਿੰਦੇ ਮਹਾਰਾਜ ਮੇਰੇ ਤਾਂ ਪਾਪੀ ਆਉਂਦੇ ਪਾਸ, ਤੁਸੀਂ ਮਹਾਂਪੁਰਖ ਆਏ ਹੋ, ਮੇਰਾ ਭਲਾ ਕਰੋ। ਉਸ ਵੇਲੇ ਸੰਤਾਂ ਨੇ ਦੁਰਮਤ ਦੇਖ ਦਇਆਲ ਹੋਏ, ਉਹਦੀ ਖੋਟੀ ਮੱਤ ਵੇਖ ਕੇ ਦਿਆਲੂ ਹੋ ਗਏ। ਹੱਥਾਂ ਉਸ ਨੂੰ ਦਿੱਤੋ ਸੋ ਉਹਨੂੰ ਕਹੇ ਬੇਸਵਾ ਤੇਰੇ ਪਾਸ ਰਾਤ ਨਹੀਂ ਅਸੀਂ ਕੱਟ ਸਕਦੇ, ਸਾਡਾ ਮਨ ਵੀ ਵਿਕਾਰੀ ਹੋ ਜਾਏਗਾ। ਆ ਤੈਨੂੰ ਤੋਤਾ ਦਿੰਨੇ ਆ, ਅੱਜ ਤੋਂ
ਇਹ ਮਨਮਤ ਛੱਡ ਦੇ ਸਾਰੀ, ਅੱਗੇ ਵਾਸਤੇ ਕੋਈ ਕੁਕਰਮ ਨਾ ਕਰਿਆ ਕਰ, ਤੇ ਤੋਤੇ ਨੂੰ ਅੰਮ੍ਰਿਤ ਵੇਲੇ ਤੜਕੇ ਇਸ਼ਨਾਨ ਕਰਾਇਆ ਕਰ, ਆਪ ਕਰਿਆ ਕਰ, ਇਹ ਤੇਰਾ ਉਧਾਰ ਕਰੇਗਾ। ਇਸ ਤੋਂ ਨਾਮ ਮਹਾਰਾਜ ਸੁਣਿਆ ਕਰ ਤੇ ਉਚਾਰਿਆ ਕਰ। ਇਸ ਪ੍ਰਕਾਰ ਆਪਦੇ ਹੱਥੋਂ ਪੜ੍ਹਿਆ ਜਿਹੜਾ ਤੋਤਾ ਸੀ ਪਰਮੇਸ਼ਰ ਦੇ ਨਾਮ ਵਾਲਾ, ਉਹ ਦੇ ਦਿੱਤਾ ਬੇਸਵਾ ਦੇ ਤਾਈਂ। ਰਾਮ ਨਾਮ ਉਪਦੇਸ਼ ਕਰ, ਇਸ ਪ੍ਰਕਾਰ ਰਾਮ ਦੇ ਨਾਮ ਦਾ ਉਪਦੇਸ਼ ਦੇ ਗਏ ਸੰਤ। ਖੇਲ ਗਿਆ ਦੇ ਵਣਜ ਸੋਤਾ, ਖੇਲ ਨਾ ਚਲੇ ਗਏ ਉਹ ਸੰਤ, ਦੇ ਕੇ ਬਣ ਸੋਤਾ ਸਵੱਲਾ ਵਪਾਰ ਦੇ ਕੇ ਆਪ ਚਲੇ ਗਏ, ਕੂਚ ਕਰਕੇ ਰਹੇ ਨੀ ਰਾਤ। ਲਿਵ ਲਾਗੀ ਤਿਸ ਤੋਤਿਆਂ, ਇਹਦੀ ਲਿਵ ਲਾਗੀ ਤੋਤੇ ਨੂੰ ਜਾਪ ਕਰਾਉਂਦੀ ਕਰਾਉਂਦੀ ਦੀ, ਗਨਕਾ ਉਦਰੀ ਹਰ ਕਹੇ ਤੋਤ। ਨਿਤ ਪੜਾਏ ਕਰੈ ਅਸੋਤਾ, ਸੌਣ ਤੋਂ ਰਹਿਤ ਹੋ ਗਈ, ਇੰਨੀ ਲਿਵ ਲਾਗੀ, ਰੋਜ਼ ਉਹ ਤੋਤੇ ਤੋਂ ਪੜਾਇਆ ਕਰਦੀ ਮਹਾਰਾਜ ਦਾ ਨਾਮ। ਪਤ ਤੇ ਉਦਾਹਰਣ ਰਾਮ ਨਾਮ, ਦੇਖੋ ਸਾਧ ਸੰਗਤ ਜੀ, ਪਰਮੇਸ਼ਰ ਦਾ ਨਾਮ ਕਿਹਾ ਜਾਏ, ਪਾਪੀਆਂ ਦਾ ਵੀ ਉਧਾਰ ਕਰਨ ਵਾਲਾ ਹੈ। ਦੁਰਮਤ ਪਾਪ ਕਲੇਵਰ ਧੋਤਾ, ਇਹਦੀ ਖੋਟੀ ਮੱਤ ਜਿਹੜੀ ਸੀ ਉਹ ਵੀ ਧੋ ਦਿੱਤੀ, ਅੱਗੇ ਨੂੰ ਵਿਵਚਾਰ ਕਰਨ ਦੀ ਰੁਚੀ ਨਾ ਹੋ ਰਹੀ ਇਹਨੂੰ, ਤੇ ਜਿਹੜੇ ਪਾਪ ਸਰੀਰ ਕਰਕੇ ਕੀਤੇ ਸੀ ਉਹ ਪਾਪ ਵੀ ਨਾਮ ਨੇ ਧੋ ਦਿੱਤੇ ਇਸ ਬੇਸਵਾ ਦੇ। ਅੰਤ ਕਾਲ ਜਮ ਜਾਲ ਤੋੜ, ਜਦੋਂ ਅੰਤ ਦਾ ਸਮਾਂ ਆਇਆ ਉਦੋਂ ਜਮ ਦਾ ਜਾਲ ਤੋੜ ਕੇ ਭਗਤ ਮਾਲਾ ਚਾਹੁੰਦਾ ਹੈ। ਤੋਤੇ ਨੂੰ ਸੱਪ ਭਖਣ ਕਰਿਆ, ਇਹ ਰਾਤ ਨੂੰ ਉੱਠ ਕੇ ਤੋਤੇ ਨੂੰ ਜਗਾਉਣ ਲੱਗੀ, ਤੋਤਾ ਨਾਮ ਬੋਲਿਆ, ਫਿਰ ਇਹਨੇ ਸਰਪ ਵੇਖ ਕਰਕੇ ਹੱਥ ਮਾਰਿਆ ਪਿੰਜਰੇ 'ਚ, ਸੱਪ ਨੇ ਡੰਗ ਮਾਰਿਆ। ਉਸ ਵੇਲੇ ਦਾ ਅੰਤ ਦਾ ਸਮਾਂ ਆ ਗਿਆ, ਅੰਤ ਦਾ ਸਮਾਂ ਆਣ ਕੇ ਦੇਖ ਕੇ ਅੰਤ ਕਾਲ ਜਮ ਜਾਲ ਤੋੜ, ਜਮ ਦਾ ਜਾਲ ਤੋੜ ਦਿੱਤਾ ਮਾਰਨ ਅੰਤ ਦੇ ਸਮੇਂ। ਨਰਕਾ ਵਿੱਚ ਨਾ ਖਾਧੋ ਸ ਗੋਤਾ, ਇਸ ਬੇਸਵਾ ਨਰਕ ਦੇ ਵਿੱਚ ਫੇ ਗੋਤਾ ਨਹੀਂ ਖਾਣਾ ਕੀਤਾ, ਮਾਰਨ ਰੱਖਿਆ ਕੀਤੀ। ਗਈ ਬੈਕੁੰਠ ਬਿਵਾਨ ਚੜ, ਬੈਕੁੰਠ ਨੂੰ ਚਲੀ ਗਈ ਬਿਵਾਨ ਤੇ ਸਵਾਰ ਹੋ ਕੇ। ਨਾਉ ਨਾਰਾਇਣ ਛੋਤ ਅਛੋਤਾ, ਇਸ ਪ੍ਰਕਾਰ ਸਾਧ ਸੰਗਤ ਜੀ, ਪਰਮੇਸ਼ਰ ਦਾ ਨਾਮ ਜਿਹੜੇ ਛੋਤ ਛੂਤ ਵਾਲੇ ਨੀਚ ਆ ਨਾ, ਉਹਨਾਂ ਨੂੰ ਅਛੋਤਾ ਪਵਿੱਤਰ ਕਰਨ ਵਾਲਾ ਹੈ, ਸੁੱਧ ਕਰਨ ਵਾਲਾ ਹੈ। ਥਾਉ ਨਿਥਾਵਾਂ ਮਾਣ ਮਾਣੋਤਾ, ਨਿਥਾਵਾਂ ਨੂੰ ਥਾਂ ਦੇਣ ਵਾਲਾ ਪਰਮੇਸ਼ਰ ਦੇ ਘਰ 'ਚ, ਅਤੇ ਮਾਣ ਦੇਣ ਵਾਲਾ ਹੈ ਅਤਿਅੰਤ ਮਾਣ ਮਨੋਤਾ, ਮਾਣ ਤੋਂ ਵੀ ਮਾਣ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਅਤਿਅੰਤੀ। ਆਈ ਪਾਪਣ ਪੂਤਨ, ਹੋਰ ਸੁਣੋ, ਕਹਿੰਦੇ ਪਾਪਣ ਜਿਹੜੀ ਸੀ ਪੂਤਨਾ, ਕ੍ਰਿਸ਼ਨ ਭਗਵਾਨ ਨੂੰ ਕੰਸ ਦੀ ਪ੍ਰੇਰੀ ਹੋਈ ਜਦੋਂ ਆਈ, ਅਸਰਾਂ ਨੂੰ ਜ਼ਹਿਰ ਲਾ ਕੇ ਦੋਹੀਂ ਥਣੀ ਵਿਹੋ ਲਾਏ ਵਹੇਲੀ, ਦੋਹਾਂ ਥਣਾਂ ਵਿੱਚ ਵਿਉ ਲਾ ਕਰਕੇ ਬਹੇਲੀ ਜਿਹੜੀ ਕਾਲੀ ਦੇ ਨਾਲ ਆਈ, ਸੀਗਰਤਾ ਦੇ ਨਾਲ, ਬਹੇਲੀ ਛੇਤੀ ਦੇ ਨਾਲ, ਬਹੇਲੀ ਸੁਖਦਾਇਕ, ਬਹੇਲੀ ਦੁਖਦਾਇਕ ਹੁੰਦਾ ਹੈ। ਆਏ ਬੈਠੀ ਪਰਿਵਾਰ ਵਿੱਚ, ਜਿੱਥੇ ਜਸੋਦਾ ਬੈਠੀ ਸੀ ਕ੍ਰਿਸ਼ਨ ਜੀ ਦੇ ਲਈ, ਉਹ ਪਰਿਵਾਰ 'ਚ ਆ ਕੇ ਬੈਠ ਗਈ। ਨੇਹੋਂ ਲਾਏ ਨਵਹਾਣ ਨਵੇਲੀ, ਨਿਉ ਲਾ ਕੇ ਨਵੇਂ ਹਾਣ ਦੀ ਨਵੀਂ ਬਣ ਕੇ ਆਪਣੀ ਸਖੀ ਆ ਕੇ ਬਣ ਕੇ ਬੈਠ ਗਈ। ਕੁਛੜ ਲੈ ਗੋਬਿੰਦ ਰਾਏ, ਇੱਕ ਦੋ ਦਿਨ ਦੇ ਕ੍ਰਿਸ਼ਨ ਜੀ ਨੇ ਦੁੱਧ ਨਹੀਂ ਚੁੰਗਿਆ ਸੀ, ਉਦਾਸ ਜੇ ਰਹਿੰਦੇ ਸਨ। ਜਸੋਦਾ ਨੇ ਕਿਹਾ, ਕਹਿਣ ਲੱਗੀ, ਮੇਰੇ ਵਿੱਚ ਗੁਣ ਇਹ ਹੈ ਜਿਹੜਾ ਦੁੱਧ ਬੱਚਾ ਚੁੰਗ ਲੈ ਕਦੇ ਬਿਮਾਰ ਨਹੀਂ ਹੁੰਦਾ। ਇਉਂ ਕੁਛੜ 'ਚ ਦੁਨੀਆ ਦੇ ਕਹਿਣ ਤੋਂ ਕ੍ਰਿਸ਼ਨ ਜੀ ਨੂੰ ਦੇ ਦਿੱਤਾ। ਗੋਪਾਲ ਰਾਜ ਕ੍ਰਿਸ਼ਨ ਜੀ ਨੂੰ ਕੁਛੜ 'ਚ ਲੈ ਲਿਆ ਇਸ ਪੂਤਨਾ ਨੇ। ਕਰ ਚੇਟਕ ਚਤਰੰਗ ਮਹੇਲੀ, ਇਸ ਪ੍ਰਕਾਰ ਚੇਟਕ ਜਾਦੂ ਕਰਕੇ ਚਤਰੰਗਾਂ ਵਾਲੀ ਜਿਹੜੀ ਸੀ ਮਹੇਲੀ ਇਸਤਰੀ, ਮੋਹਨ ਮੰਮੇ ਪਾਇਓ, ਮੋਹਨ ਕ੍ਰਿਸ਼ਨ ਭਗਵਾਨ ਨੂੰ ਆਪਣੇ ਆਸਨਾਂ 'ਚ ਪਾ ਲਿਆ। ਬਾਹਰ ਆਈ ਗਰਭ ਗਹੇਲੀ, ਗਰਭ ਦੇ 'ਚ ਗਹੇਲੀ ਪਕੜੀ, ਬਾਹਰ ਨਿਕਲ ਆਈ ਉੱਥੋਂ ਮਾਰਨ ਵਾਸਤੇ। ਦੇਹ ਵਧਾਏ ਉਚਾਇਨ, ਕ੍ਰਿਸ਼ਨ ਭਗਵਾਨ ਜੀ ਨੇ ਉਸ ਵੇਲੇ ਆਪਣਾ ਦੇਹ ਦਾ ਭਾਰ ਬਹੁਤਾ ਪਾਤਾ। ਫਿਰ ਜਿਹੜੀ ਸੀਗੀ ਇਹ ਪੂਤਨਾ, ਇਹ ਵੀ ਦੈਂਤਣ ਸੀ, ਇਹਨਾਂ ਆਪਦਾ ਦੇਹ ਵਧਾ ਕਰਕੇ ਚੱਕ ਲਿਆ ਕ੍ਰਿਸ਼ਨ ਜੀ ਨੂੰ। ਤੇ ਚਰਿਆਰ ਨਾਰ ਅਠ ਖੇਲੀ, ਤੇ ਚਰਿਆਰ ਉੱਤੇ 13 ਤਾਲਣ ਜਿਹੜੀ ਸੀ ਨਾਰ, 8 ਖੇਲੀ ਚੰਚਲ ਸੀ ਜਿਹੜੀ, ਉਸ ਨੇ 13 ਤਾਲਣ ਹੁੰਦੀ ਹੈ ਬਾਲੀ ਜਿਹੜੀ ਬੋਲੇ। ਇਸ ਪ੍ਰਕਾਰ ਚੰਚਲ ਇਸਤਰੀ ਨੇ ਤਿਹੋ ਲੋਆਂ ਦਾ ਭਾਰ ਦੇ, ਕ੍ਰਿਸ਼ਨ ਭਗਵਾਨ ਫਿਰ ਤਿੰਨਾਂ ਲੋਕਾਂ ਦਾ ਭਾਰ ਤੇ ਦੇ ਦਿੱਤਾ। ਚੰਮੜਿਆਂ ਗਲ ਹੋਏ ਦੁਹੇਲੀ, ਗਲ ਨੂੰ ਚਿੰਬੜ ਗਿਆ ਕ੍ਰਿਸ਼ਨ ਭਗਵਾਨ ਤੇ ਬੜੀ ਦੁਖੀ ਹੋਈ ਉਸ ਵੇਲੇ। ਖਾਏ ਪਛਾੜ ਪਹਾੜ ਵਾਂਗ, ਜਿਵੇਂ ਪਹਾੜ ਡਿੱਗ ਪੈਂਦਾ ਹੁੰਦਾ ਬਿਜਲੀ ਦੇ ਪੈਣੇ ਕਰਕੇ, ਪਛਾੜ ਪਟਕ ਕੇ ਮਾਰੀ
ਪਿਛਾੜ ਖਾ ਕੇ ਡਿੱਗ ਪਈ ਪਟਕ ਕੇ। ਜਾਏ ਪਈ ਉਜਾੜ ਧਕੇਲੀ, ਧੱਕੀ ਹੋਈ ਭਗਵਾਨ ਦੀ ਉਜਾੜ 'ਚ ਜਾ ਡਿੱਗੀ। ਕੀਤੀ ਮਾਊ ਤੁਲ ਸਹੇਲੀ, ਅਖੀਰ ਉਹਨੇ ਕਿਹਾ ਹੇ ਕ੍ਰਿਸ਼ਨ, ਇਉਂ ਕਹਿਣ ਤੋਂ ਸਾਧ ਸੰਗਤ ਜੀ ਮਾਂ ਦੇ ਤੁਲ ਕਰ ਲਈ। ਜੇ ਮਾਂ ਦੀ ਸਹੇਲੀ ਬਣ ਕੇ ਆਈ ਸੀ ਨਾ, ਇਹਦੀ ਪੂਤਨਾ ਦੀ ਵੀ ਕਲਿਆਣ ਕਰਤੀ ਭਗਵਾਨ ਨੇ। ਇਸ ਪ੍ਰਕਾਰ ਹਰ ਹਰ ਕਰਜ਼ ਪੂਤਨਾ ਤਰੀ, ਬਾਲ ਘਾਤਨੀ ਕਪਟੇ ਭਰੀ। ਮਹਾਰਾਜ ਦਾ ਨਾਮ ਲੈਣੇ ਕਰਕੇ ਪੂਤਨਾ ਦਾ ਵੀ ਉਧਾਰ ਹੋ ਗਿਆ। ਕੀਤੀ ਮਾਊ ਤੁਲ ਸਹੇਲੀ, ਮਾਂ ਦੇ ਤੁਲ ਕਰਤੀ ਨਾ, ਸਹੇਲੀ ਸਖੀ ਬਣਾ ਕੇ ਆਈ ਸੀ ਨਾ, ਸਖੀ ਬਣ ਕੇ ਆਈ ਸੀ ਨਾ ਮਾਂ ਦੀ। ਜਾਏ ਜਸੋਦਾ ਸੁਤਾ, ਦੀ ਸਖੀ ਬਣ ਕੇ ਜੋ ਆਈ ਸੀ। ਜਾਏ ਸੁਤਾ ਪ੍ਰਭਾਸ ਵਿੱਚ, ਕ੍ਰਿਸ਼ਨ ਭਗਵਾਨ ਜੀ ਜਿਸ ਵਕਤ ਜਾਦਮਾਂ ਅਨੁਸਾਰ ਸੰਗਤ ਜੀ ਪਿਛਲੇ ਯੁੱਗਾਂ ਦੇ ਵਿੱਚ ਜੇ ਤਾਂ ਸਤਿਯੁਗ 'ਚ ਕੋਈ ਕੰਮ ਕਰਦਾ ਸਾਰੇ ਦੇਸ਼ ਨੂੰ ਦੰਡ ਮਿਲਦਾ ਸੀ, ਤ੍ਰੇਤੇ 'ਚ ਕਰੇ ਸਾਰੀ ਪੁਰੀ ਨੂੰ ਮਿਲਦਾ ਸੀ, ਦੁਆਪਰ 'ਚ ਕਰੇ ਸਾਰੀ ਕੁਲ ਨੂੰ ਲੱਗਦਾ ਸੀ। ਕ੍ਰਿਸ਼ਨ ਭਗਵਾਨ ਦਾ ਸਾਹਮਣਾਵੇਂ ਪੁੱਤਰ ਇਸਤਰੀ ਦੇ ਵਸਤਰ ਪਹਿਰ ਕੇ ਰਿਸ਼ੀਆਂ ਦੇ ਕੋਲੇ ਲੜਕਿਆਂ ਦੇ ਸਮੇਤ ਜਾਦਮਾਂ ਦੇ ਚਲੇ ਗਏ। ਕਹਿਣ ਰਿਸ਼ੀਓ ਇਹਨੂੰ ਕੀ ਜੰਮੇਗਾ। ਸਾਰਿਆਂ ਰਿਸ਼ੀ ਨੇ ਕ੍ਰਿਸ਼ਨ ਦੇ ਪੁੱਤ ਜਾਣ ਕੇ ਕੁਛ ਨਾ ਕਿਹਾ। ਇਹ ਟੀਚਰਾਂ ਕਰਦੇ ਰਹੇ। ਦੁਰਵਾਸਾ ਰਿਸ਼ੀ ਦਾ ਤੇਜ਼ ਸੁਭਾਅ ਸੀ, ਉਹਦੇ ਕੋਲੇ ਗਏ। ਕਹਿੰਦੇ ਹੇ ਰਿਸ਼ੀ ਦੱਸੋ ਸਾਡੇ ਅੰਨ ਪਾਣੀ ਖਾਣੇ ਇੰਨਾ ਚਿਰ ਦੇ ਦੱਸੋ ਅੰਤਰਜਾਮਤਾ ਨਾ। ਦੁਰਵਾਸਾ ਕਹਿੰਦਾ ਜਾ ਕਾਕਿਓ ਕੀ ਲੈਣਾ ਤੁਸੀਂ। 3 ਵਾਰੀ ਮੋੜਿਆ ਨਾ ਹਟੇ। ਕਹਿੰਦਾ ਚੰਗਾ ਇਹ ਜੰਮੂ ਇਹਨੂੰ ਜਿਹੜਾ ਤੁਹਾਡੀ ਸਾਰੀ ਕੁਲ ਨੂੰ ਨਾਸ਼ ਕਰੂ। ਇਸ ਪ੍ਰਕਾਰ ਦੁਰਵਾਸੇ ਨੇ ਸਰਾਪ ਦਿੱਤਾ। ਜਦੋਂ ਆ ਕੇ ਉਗਰਸੈਨ ਦੀ ਸਭਾ ਵਿੱਚ ਪੇਟ ਨਾਲੋਂ ਬਾਟੀ ਖੋਲੀ ਤੇ ਮੂਸਲ ਨਿਕਲਿਆ। ਉਸ ਮੂਸਲ ਨੂੰ ਪ੍ਰਭਾਸ ਖੇਤਰ ਦੇ ਤੇ ਜਾ ਕੇ ਰਤਾ ਦਿੱਤਾ। ਰੇਦਿਆਂ ਸਾਧ ਸੰਗਤ ਜੀ ਉਹ ਮੂਸਲ ਜਿਹੜਾ ਸੀ ਉਹ ਥੋੜ੍ਹਾ ਜਿਹਾ ਜਿੰਨੀ ਕੁ ਕੀਲੀ ਹੁੰਦੀ ਹੈ ਆਪਣੀ ਇਸ ਦੀ ਚੱਕੀ ਦੀ ਇੰਨਾ ਕੁ ਰਹਿ ਗਿਆ। ਉਹ ਹੱਥ 'ਚੋਂ ਛੁੱਟ ਗਿਆ ਰੇਦਿਆਂ ਦਿਓ। ਉਹ ਮੱਛੀ ਨੂੰ ਸਾਧ ਸੰਗਤ ਜੀ ਨਿਗਲ ਲਿਆ। ਇਸ ਪ੍ਰਕਾਰ ਕ੍ਰਿਸ਼ਨ ਭਗਵਾਨ ਜੀ ਜਿਸ ਵਕਤ ਇਹ ਪ੍ਰਭਾਸ ਖੇਤਰ 'ਤੇ ਜਿੰਨੇ ਗਏ ਤੇ ਜਾ ਕੇ ਕੀ ਕੀਤਾ, ਜਾਦਮਾਂ ਨੇ ਸ਼ਰਾਬਾਂ ਪੀ ਲੀਆਂ। ਸ਼ਰਾਬ ਪੀ ਕੇ 2.5 ਪਹਿਰ ਵਿੱਚ ਆਪੋ ਵਿੱਚ ਹੀ ਲੜ ਕੇ ਸਾਰੇ ਖਤਮ ਹੋ ਗਏ। ਕ੍ਰਿਸ਼ਨ ਜੀ ਉਪਰਾਮ ਹੋ ਕੇ ਸਾਰੀ ਕੁਲ ਦਾ ਨਾਸ ਹੋਣਾ ਜਾਣ ਕੇ ਅਰਜੁਨ ਨੂੰ ਗੋਪੀਆਂ ਦੇ ਕੇ ਕਿਹਾ ਜਾ ਤੂੰ ਹਸਨਾਪੁਰ 'ਚ ਪਾਲਣਾ ਕਰੀ। ਤੇ ਉਸ ਵੇਲੇ ਉਦਾਸ ਹੋ ਕੇ ਪ੍ਰਭਾਸ ਖੇਤਰ 'ਤੇ ਕ੍ਰਿਸ਼ਨ ਭਗਵਾਨ ਜੀ ਗੋਡੇ ਦੇ ਤੇ ਚਰਨ ਰੱਖ ਕਰਕੇ ਸੱਜਾ ਇਸ ਪ੍ਰਕਾਰ ਜਾ ਕੇ ਬਰਾਜ ਗਏ। ਗੋਡੇ ਪ੍ਰਭਾਸ ਖੇਤਰ ਹੈ ਦੁਆਰਕਾ ਦੇ ਵਿੱਚ, ਗੋਡੇ ਉੱਤੇ ਜਿੱਥੇ ਪੈਰ, ਗੋਮਤੀ ਨਦੀ ਆ ਕੇ ਮਿਲਦੀ ਹੈ ਸਮੁੰਦਰ 'ਚ। ਗੋਡੇ ਉੱਤੇ ਪੈਰ ਪਸਾਰੇ, ਗੋਡੇ ਦੇ ਚਰਨ ਪਸਾਰੇ ਫੈਲਾਏ ਹੋਏ ਹਨ। ਚਰਨ ਕਮਲ ਵਿੱਚ ਪਦਮ ਹੈ। ਕ੍ਰਿਸ਼ਨ ਭਗਵਾਨ ਦੇ ਚਰਨਾਂ ਕਮਲਾਂ 'ਚ ਪਦਮ ਦਾ ਚਿੰਨ੍ਹ ਹੈ, ਜਿਵੇਂ ਤਾਰਾ ਚਮਕਦਾ ਹੁੰਦਾ। ਝਿਲਮਿਲ ਝਲਕਾ ਵਾਂਗੀ ਤਾਰੇ ਤਾਰੇ, ਵਾਂਗੂ ਝਿਲਮਿਲ ਪ੍ਰਕਾਸ਼ ਹੀ ਪ੍ਰਕਾਸ਼ ਸਹਿਜ ਚਮਕ ਰਿਹਾ, ਮਿਲਮਾ ਪ੍ਰਕਾਸ਼ ਕਰ ਰਿਹਾ ਹੈ। ਬਦਕ ਆਇਆ ਭਾਲ ਦਾ, ਬੱਦਕ ਹੇੜੀ ਉਸ ਵੇਲੇ ਭਾਲਦਾ ਆਇਆ। ਮਿਰਗਾ ਜਾਣ ਬਾਣ ਲੈ ਹੇੜੀ ਨੇ ਮਾਰੇ, ਹਰਨ ਜਾਣ ਕੇ ਬਾਣ ਮਾਰਨਾ ਕੀਤੇ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ। ਦਰਸ਼ਨ ਡਿਠੋ ਸਜਾਏ ਜਦੋਂ ਅੱਗੇ ਜਾ ਕੇ ਦਰਸ਼ਨ ਵੇਖਿਆ ਭਗਵਾਨ ਕ੍ਰਿਸ਼ਨ ਜੀ ਦਾ, ਕਰਨ ਪਲਾਵ ਕਰਾਏ ਫਿਰ ਪੁਕਾਰੇ, ਤੀਰ ਨੇ ਪਾਉਣ ਲੱਗਾ, ਯਤਨ ਕਰਨ ਲੱਗਾ, ਪੁਕਾਰਾਂ ਕਰੇ ਕਿ ਮੇਥੋਂ ਗਲਤੀ ਹੋ ਗਈ ਹੈ, ਮਾਫ ਕਰੋ ਮੈਨੂੰ। ਗਲ ਵਿੱਚ ਲੀਤਾ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਜੀ ਨੇ ਕੰਠ ਦੇ ਨਾਲ ਲਾ ਲਿਆ ਉਸ ਬਦਕ ਦੇ ਤਾਈ। ਅਵਗੁਣ ਕੀਤੇ ਹਰ ਨਾ ਉਹਦੇ ਚਿਤਾਰੇ, ਔਗੁਣ ਕੀਤੇ ਹਰੀ ਨੇ ਚੇਤੇ ਨਹੀਂ ਕੀਤੇ। ਕਿਹਾ ਕਿ ਭਈ ਸੁਗਰੀਵ ਦੀ ਮਦਦ ਕਰਨ ਵਾਸਤੇ ਜਦੋਂ ਮੈਂ ਰਾਮਚੰਦਰ ਤੇਰੇ ਰੂਪ 'ਚ ਸੀ, ਉਸ ਵੇਲੇ ਸੁਗਰੀਵ ਸੀ ਨਿਰਬਲ, ਉਹਦੀ ਮਦਦ ਵਾਸਤੇ ਜਿਹੜਾ ਬਾਲੀ ਸੀ ਉਹਦਾ ਭਰਾ ਵੱਡਾ, ਉਹਦੀ ਇਸਤਰੀ ਖੋਲੀ ਸੀ, ਉਸ ਦੀ ਮਦਦ ਇਸਤਰੀ ਦਿਵਾਉਣ ਵਾਸਤੇ ਮੈਂ ਜੋ ਬਾਲੀ ਦਾ ਮੁਕਾਬਲਾ ਕੀਤਾ। ਬਾਲੀ ਵਿੱਚ ਬਰ ਸੀ, ਜਿਹੜਾ ਕੋਈ ਸੂਰਮਾ ਮੁਕਾਬਲਾ ਕਰੇ ਉਹਦਾ ਅੱਧਾ ਵਾਲ ਉਹਦੇ 'ਚ ਆ ਜਾਂਦਾ ਸੀ। ਇਸ ਕਰਕੇ ਮੈਂ ਬਿਰਛ ਦੇ ਓਹਲੇ ਹੋ ਕੇ ਤੀਰ ਮਾਰਿਆ ਸੀ ਬਾਲੀ ਦੇ। ਬਾਲੀ ਨੇ ਕਿਹਾ ਕਿ ਕੌਣ ਸੀ ਮੇਰੇ ਤੀਰ ਮਾਰਨ ਵਾਲਾ, ਓਹਲੇ ਹੋ ਕੇ ਸਾਹਮਣੇ ਆਉਂਦਾ ਨਾ। ਉਹਦਾ ਸੰਕਲਪ ਰਹਿ ਗਿਆ ਵੈਰ ਲੈਣ ਦਾ। ਉਹ ਜਿਹੜਾ ਬਾਲੀ ਸੀ ਫੱਦਕ ਬਣਿਆ ਸੀ। ਹੁਣ ਉਹ ਅਸੀਂ ਤ੍ਰੇਤੇ ਦੇ ਵਿੱਚ ਉਸ ਵੇਲੇ ਤੇਰੇ ਤੀਰ ਮਾਰ ਕੇ ਮਾਰਿਆ ਸੀ, ਹੁਣ ਉਹ ਤੀਰ ਤੈਂ ਫੱਦਕ ਬਣ ਕੇ ਸਾਡੇ ਮਾਰਿਆ ਹੈ, ਉਹ ਬਦਲਾ ਲਿਆ ਹੈ ਤੈਂ। ਇਉਂ ਕਹਿ ਕੇ ਬਕੁੰਠ ਨੂੰ ਕ੍ਰਿਸ਼ਨ ਭਗਵਾਨ ਜੀ
ਚਲੇ ਗਏ ਸਨ। ਅਵਗੁਣ ਕੀਤੇ ਹਰ ਨਾ ਦੇਖ ਚਿਤਾਰੇ, ਲੋ ਅਵਗੁਣ ਕੀਤੇ ਹਰੀ ਨੇ ਚੇਤੇ ਨਹੀਂ ਕੀਤੇ ਹਨ। ਹਰ ਕਿਰਪਾ ਸੰਤੋਖਿਆ, ਕਿਰਪਾ ਕਰਕੇ ਉਹਨੂੰ ਪ੍ਰਸੰਨ ਕੀਤਾ। ਕਹਿੰਦੇ ਕੋਈ ਨਹੀਂ, ਤੇਰਾ ਵੈਰ ਦੇਣ ਦਾ ਸੰਕਲਪ ਸੀ, ਲੈਣ ਦਾ, ਉਹ ਅਸੀਂ ਪੂਰਾ ਕਰ ਦਿੱਤਾ ਹੈ। ਪਦ ਤੇ ਉਦਾਹਰਣ ਬਿਰਦ ਵਿਚਾਰੇ, ਇਸ ਪ੍ਰਕਾਰ ਪਾਪੀਆਂ ਦੇ ਉਦਾਹਰਨ ਵਾਲਾ ਬਿਰਦ ਵਿਚਾਰਿਆ ਉਹਨਾਂ ਨੇ। ਭਲੇ ਭਲੇ ਕਰ ਮੰਨੀਆਂ, ਇਸ ਪ੍ਰਕਾਰ ਸਾਧ ਸੰਗਤ ਜਿਹੜੇ ਭਲਾਈ ਕਰਨ ਵਾਲੇ ਤਾਂ ਭਲੇ ਕਰਕੇ ਮੰਨੇ ਹੀ ਜਾਂਦੇ ਹਨ। ਬੁਰਿਆਂ ਦੇ ਹਰ ਕਾਜ ਜਿਹੜੇ ਸਵਾਰੇ, ਬੁਰੇ ਪੁਰਖ ਆ ਉਹਨਾਂ ਦੇ ਵੀ ਹਰੀ ਕਾਰਜ ਸਵਾਰ ਦਿੰਦਾ ਹੈ। ਪਾਪ ਕਰਨ ਦੇ ਪਦ ਤੇ ਇਹ ਉਧਾਰੇ, ਪਾਪ ਕਰਨ ਵਾਲੇ ਪਾਪੀਆਂ ਦਾ ਵੀ ਉਧਾਰ ਕਰਤਾ ਮਹਾਰਾਜ ਨੇ। ਐਸਾ ਕਿਰਪਾਲੂ ਬਿਰਦ ਹੈ। ਭਲੇ ਭਲੇ ਕਰ ਮੰਨੀਆਂ, ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰਨ ਦੇ ਪਦ ਤੇ ਉਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਇਹ ਚਰਿਆਰ ਤੇ ਵਾਹਿਗੁਰੂ ਅਠ ਵਾਹਿਗੁਰੂ।